ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਯੂਨਾਈਟਿਡ ਸਟੇਟਸ ਆਫ ਅਮਰੀਕਾ ਇੱਕ ਦੇਸ਼ ਹੈ, ਇੱਕ ਨੇਸ਼ਨ ਹੈ, ਇੱਕ ਰਾਸ਼ਟਰ ਹੈ। ਇਹ ਕੋਈ ਕੰਪਨੀ ਨਹੀਂ ਹੈ। ਡੋਨਲਡ ਟਰੰਪ ਅਮਰੀਕਾ ਨੂੰ ਕੰਪਨੀ ਵਾਕਣ ਚਲਾ ਰਹੇ ਨੇ, ਇਹ ਐਕਸਪਰਟਸ ਮੰਨਦੇ ਨੇ, ਕਿਉਂਕਿ ਬਿਜ਼ਨਸ ਬੈਕਗਰਾਊਂਡ ਤੋਂ ਨੇ। ਤਾਂ ਇਹ ਕੰਟਰੀ ਵਾਸਤੇ ਵੀ ਇਹੀ ਸੋਚ, ਇਹੀ ਵਿਜ਼ਨ ਹੈ ਕਿ ਅਮਰੀਕਾ ਇੱਕ ਕੰਪਨੀ ਹੈ, ਇੱਕ ਕਾਰਪੋਰੇਸ਼ਨ ਹੈ, ਔਰ ਉਹਦੇ ਮੁਤਾਬਿਕ ਉਹਨੂੰ ਚਲਾਉਣਾ ਹੈ। ਪ੍ਰੋਫਿਟ ਐਂਡ ਲਾਸ ਦੀ ਸਟੇਟਮੈਂਟ ਬਣੇਗੀ, ਬੈਲੈਂਸ ਸ਼ੀਟ ਆਏਗੀ ਔਰ ਬਾਟਮ ਲਾਈਨ ਹੋਏਗਾ ਪ੍ਰੋਫਿਟ, ਜਿਵੇਂ ਬਿਜ਼ਨਸ ਦੇ ਵਿੱਚ ਹੁੰਦਾ। ਸੋ ਇਹਨਾਂ ਦਾ ਵਿਜ਼ਨ, ਇਹਨਾਂ ਦੀ ਸੋਚ, ਇਹਨਾਂ ਦਾ ਟੈਂਪਰਾਮੈਂਟ, ਇਹਨਾਂ ਦਾ ਐਟੀਟਿਊਡ ਇਹ ਆ ਟਰੰਪ ਦਾ ਕਿ ਅਮਰੀਕਾ ਇਜ਼ ਅ ਕੰਪਨੀ, ਔਰ ਇਹਦੇ ਵਿੱਚ ਹੀ ਉਹ ਐਕਸਪਰਟ ਕਹਿੰਦੇ ਨੇ ਕਿ ਧੋਖਾ ਖਾਂਦੇ ਨੇ। ਇੱਕ ਦੇਸ਼ ਤੇ ਇੱਕ ਕੰਪਨੀ ਦੇ ਵਿੱਚ ਫਰਕ ਹੁੰਦਾ ਹੈ। ਇੱਕ ਦੇਸ਼ ਕਲਚਰ ਹੈ, ਇੱਕ ਦੇਸ਼ ਸਾਡੀਆਂ ਪੁਰਾਣੀਆਂ ਟ੍ਰੈਡੀਸ਼ਨਸ, ਮਾਨਤਾਵਾਂ ਨੇ। ਇੱਕ ਦੇਸ਼ ਕਿੱਦਾਂ ਬਣਿਆ, ਉਹਦੀ ਹਿਸਟੋਰੀਕਲ ਬੈਕਗਰਾਊਂਡ ਕੀ ਆ, ਉਹਦਾ ਇੱਕ ਸੰਵਿਧਾਨ ਹੈ, ਉਹਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਸੇ ਹੋਏ ਲੋਕ ਨੇ, ਜਿਨ੍ਹਾਂ ਨੂੰ ਆਪਾਂ ਇਮੀਗ੍ਰੈਂਟਸ, ਮਾਈਗ੍ਰੈਂਟਸ, ਪ੍ਰਵਾਸੀ ਕਹਿੰਦੇ ਆ। ਜੋ ਡੋਨਲਡ ਟਰੰਪ ਦਾ ਕੀ ਇਸ਼ੂ ਆ ਇਸ ਇਲੈਕਸ਼ਨ ਵਾਸਤੇ, ਤੇ ਉਹ ਜਿਹੜੇ ਪ੍ਰਵਾਸੀ ਆ ਕੇ ਵਸੇ ਨੇ ਅਮਰੀਕਾ ਦੀ ਧਰਤੀ ਦੇ ਉੱਤੇ, ਉਹ ਆਪਣੇ ਦੇਸ਼ ਨੂੰ ਆਪਣਾ ਕਲਚਰ ਲੈ ਕੇ ਆਏ ਨੇ, ਆਪਣਾ ਟ੍ਰੈਡੀਸ਼ਨ ਲੈ ਕੇ ਆਏ ਨੇ। ਸੋ ਅਮਰੀਕਨ ਕਲਚਰ ਦੇ ਵਿੱਚ ਉਹਨਾਂ ਦਾ ਕਲਚਰ ਵੀ ਜੈਲ ਕਰਦਾ ਪਿਆ, ਔਰ ਇਹ ਹਿਊਮਨ ਸਾਈਕੀ ਆ, ਸੋਚ ਹੈ ਕਿ ਅਸੀਂ ਹਮੇਸ਼ਾ ਸਾਰੇ ਦੇ ਸਾਰੇ ਕਲਚਰ ਨੂੰ ਅਪਣਾਉਣਾ ਪਸੰਦ ਕਰਦੇ ਹਾਂ। ਵੈਰਾਈਟੀ ਹੋ ਜਾਂਦੀ ਹੈ, ਜਿਵੇਂ ਖਾਣ ਪੀਣ ਦੀ ਵੈਰਾਈਟੀ, ਕੱਪੜਿਆਂ ਦੀ ਵੈਰਾਈਟੀ, ਉਸੇ ਤਰ੍ਹਾਂ ਸਾਡੀਆਂ ਮਾਨਤਾਵਾਂ, ਕਲਚਰਲ ਵੈਲਿਊਜ਼, ਉਹਦੀ ਵੀ ਵੈਰਾਈਟੀ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਜਦੋਂ ਸਾਰੀ ਦੁਨੀਆ ਇੱਕ ਪਿੰਡ ਬਣ ਚੁੱਕੀ ਹੈ ਇੰਟਰਨੈਟ ਦੇ ਜ਼ਰੀਏ, ਤਾਂ ਅਸੀਂ ਵਾਕਈ ਦੂਸਰੇ ਦੇਸ਼ਾਂ ਦੇ ਕਲਚਰ ਨੂੰ ਇੰਜੋਏ ਕਰਦੇ ਹਾਂ। ਔਰ ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ ਜਿਹੜੇ ਫੋਰਨ ਪਾਲਿਸੀ ਦੇ ਵਿੱਚ ਸੰਬੰਧ ਰੱਖਦਾ ਹੈ, ਉਹਦਾ ਵੀ ਆਧਾਰ ਕਲਚਰ ਹੀ ਹੁੰਦਾ, ਜਿਹਨੂੰ ਆਪਾਂ ਕਹਿੰਦੇ ਹਾਂ ਸੌਫਟ ਪਾਵਰ। ਆਹ ਹਾਰਡ ਪਾਵਰ ਦਾ ਹਾਲ ਤਾਂ ਤੁਸੀਂ ਦੇਖ ਹੀ ਲਿਆ, ਬੰਬਾਂ ਤੋਪਾਂ ਲੈ ਕੇ ਲੱਗੇ ਹੋਏ ਨੇ। ਇਹ ਬੰਬਾਂ ਤੋਪਾਂ ਤੇ ਹਾਰਡ ਪਾਵਰ ਹੈ। ਸੌਫਟ ਪਾਵਰ ਜੋ ਅਸੀਂ ਕਲਚਰ ਦੇ ਨਾਲ ਲੈ ਕੇ ਚੱਲਦੇ ਹਾਂ, ਜਿਹਦੇ ਵਿੱਚ ਫਾਈਨ ਆਰਟਸ ਆਉਂਦੀ ਆ, ਜਿਹਦੇ ਵਿੱਚ ਖਾਣੇ ਪੀਣੇ, ਸਿਨੇਮਾ ਵੀ ਆਉਂਦਾ, ਇਹ ਸੌਫਟ ਪਾਵਰ ਹੈ ਕਿ ਇੱਕ ਦੂਜੇ ਦੇ ਮਨ ਦੇ ਉੱਤੇ ਅਸੀਂ ਆਪਣੀਆਂ ਕਲਚਰਲ ਵੈਲਿਊਜ਼ ਦੇ ਨਾਲ ਪ੍ਰਭਾਵ ਪਾਉਂਦੇ ਹਾਂ। ਆਫ ਕੋਰਸ ਕਾਰਪੋਰੇਸ਼ਨਸ ਦੇ ਵਿੱਚ, ਕੰਪਨੀਜ਼ ਦੇ ਵਿੱਚ ਵੀ ਇੱਕ ਕਲਚਰ ਹੁੰਦਾ, ਉਹਦਾ ਵੀ ਇੱਕ ਸੰਵਿਧਾਨ ਹੁੰਦਾ, ਪਰ ਉਹ ਸਾਰਾ ਕਾਰਪੋਰੇਟ ਆ, ਔਰ ਉਹਦਾ ਬੇਸਿਕ ਬਾਟਮ ਲਾਈਨ ਹੁੰਦਾ ਹੈ ਪ੍ਰੋਫਿਟ। ਦੇਸ਼ ਦਾ ਬਾਟਮ ਲਾਈਨ ਪ੍ਰੋਫਿਟ ਨਹੀਂ ਹੈ, ਹਿਊਮਨ ਵੈਲਬੀਇੰਗ ਹੈ। ਸਾਰੇ ਸਿਟੀਜ਼ਨਸ ਦਾ ਭਲਾ, ਸਾਰੇ ਸਿਟੀਜ਼ਨਸ ਦੀ ਇੱਕ ਚੰਗੀ ਭਵਿੱਖ ਵਾਸਤੇ ਜਿਹੜੀ ਸੋਚ ਹੈ, ਉਸ ਸੁਪਨੇ ਨੂੰ ਸਾਕਾਰ ਕਰਨਾ। ਸੋ that is the basic difference. ਕੰਪਨੀ, ਕਾਰਪੋਰੇਸ਼ਨ ਇਜ਼ ਲਾਈਕ ਅ ਸ਼ੇਅਰ ਮਾਰਕੀਟ। ਉਹਦੇ 'ਚ ਵੇਵਜ਼ ਆਉਂਦੀਆਂ ਨੇ, ਉੱਤੇ ਥੱਲੇ ਚੱਲਦੀਆਂ ਨੇ। ਪਰ ਦੇਸ਼ ਇਕੋਨਮੀ ਹੈ, ਉਹਦੇ 'ਚ ਵੇਵਜ਼ ਉੱਤੇ ਥੱਲੇ ਵਾਲੀਆਂ ਨਹੀਂ ਆਉਂਦੀਆਂ। ਇਹ ਸਭ ਕੁਝ ਸਾਂਭ ਕੇ ਚੱਲਣਾ ਪੈਂਦਾ, ਜਿਹਦੇ ਵਿੱਚ ਸਭ ਨੂੰ ਧਿਆਨ ਵਿੱਚ ਰੱਖ ਕੇ ਹਰ ਪਾਲਿਸੀ ਬਣਦੀ ਆ, ਹਰ ਫੈਸਲਾ ਲਿੱਤਾ ਜਾਂਦਾ। ਸੋ ਦੇਰ ਇਜ਼ ਅ ਡਿਫਰੈਂਸ। ਕੰਪਨੀ ਤੇ ਕੰਟਰੀ ਦੇ ਵਿੱਚ ਫਰਕ ਹੈ, ਔਰ ਇਹ ਫਰਕ ਡੋਨਲਡ ਟਰੰਪ ਨੂੰ ਸਮਝਣਾ ਪੈਣਾ, ਤਾਂ ਹੀ ਸ਼ਾਇਦ ਗੱਲ ਬਣ ਸਕਦੀ ਹੈ। ਇੰਡੀਆ ਇੰਟਰਨੈਸ਼ਨਲ, ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਕਮਲਾ ਹੈਰਿਸ ਪੂਰੇ ਤੇਜ਼ ਹੋਏ ਨੇ ਜੀ, ਪੂਰਾ ਉਹਨਾਂ ਨੂੰ ਸਪੋਰਟ ਮਿਲਦਾ ਪਿਆ ਹਰ ਪਾਸਿਓਂ, ਅਸੀਂ ਜਾਣਦੇ ਹਾਂ। ਸਿੰਪਥੀ ਦੀ ਲਹਿਰ ਵੀ ਆ, ਔਰ ਲੋਕਾਂ ਨੂੰ ਬੜੀਆਂ ਉਮੀਦਾਂ ਵੀ ਨੇ। ਜਿੱਦਾਂ ਡੋਨਲਡ ਟਰੰਪ ਪ੍ਰਵਾਸੀਆਂ ਦੇ ਇਸ਼ੂ ਨੂੰ ਲੈ ਕੇ ਬੱਲੇ ਬੱਲੇ ਕਰਵਾਉਂਦੇ ਨੇ ਆਪਣੀ, ਲਾਈਕਵਾਈਜ਼ ਕਮਲਾ ਹੈਰਿਸ ਐਬੋਰਸ਼ਨ ਦੇ ਇਸ਼ੂ ਨੂੰ ਲੈ ਕੇ ਚੱਲਦੇ ਨੇ। ਤੇ ਹੁਣ ਤਾਂ ਉਹਨਾਂ ਨੇ ਇੱਕ ਹੋਰ ਵੀ ਚੀਜ਼ ਸ਼ੁਰੂ ਕਰ ਲਈ ਹੈ ਕਿ ਟਰੰਪ ਫਿੱਟ ਹੈਗੇ ਨੇ ਕਿ ਨਹੀਂ ਹੈਗੇ। ਦੇਸ਼ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜੋ ਵੀ ਬਣਨ ਕਿਸੇ ਵੀ ਮੁਲਕ ਦੇ ਵਿੱਚ, ਉਹਨਾਂ ਦਾ ਫਿੱਟ ਹੋਣਾ ਜ਼ਰੂਰੀ ਹੈ, ਫਿਜ਼ੀਕਲੀ, ਮੈਂਟਲੀ ਔਰ ਸਾਈਕੋਲੋਜੀਕਲੀ। ਔਰ ਉਹ ਦੇਸ਼ ਦੇ ਇਤਿਹਾਸ ਨੂੰ ਕਿੰਨਾ ਕੁ ਜਾਣਦੇ ਨੇ, ਉਹ ਦੇਸ਼ ਦੀਆਂ ਵੈਲਿਊਜ਼ ਨੂੰ ਕਿੰਨਾ ਕੁ ਜਾਣਦੇ ਨੇ, ਕਿੱਦਾਂ ਦੇਸ਼ ਬਣਿਆ, ਉਹ ਦੇਸ਼ ਨੂੰ ਸਮਝਦੇ ਨੇ, ਦੇਸ਼ ਦੇ ਸੋਸ਼ਲ ਫੈਬਰਿਕ ਨੂੰ ਸਮਝਦੇ ਨੇ। ਇਹ ਸਾਰੀਆਂ ਗੱਲਾਂ, ਔਰ ਇਹ ਕਮਲਾ ਹੈਰਿਸ ਬਾਰ-ਬਾਰ ਕਹਿ ਰਹੇ ਨੇ, ਇਹਨੂੰ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਪ੍ਰਮੋਟ ਕਰ ਰਹੇ ਨੇ, ਕਿਉਂਕਿ ਡੈਮੋਕ੍ਰੇਸੀ
ਫੋਰ ਦ ਪੀਪਲ, ਆਫ ਦ ਪੀਪਲ, ਬਾਏ ਦ ਪੀਪਲ। ਔਰ ਜਦੋਂ ਤੁਸੀਂ ਲੋਕਾਂ ਨੂੰ ਨਹੀਂ ਜਾਣਦੇ ਤਾਂ ਫਿਰ ਤੁਸੀਂ ਡੈਮੋਕ੍ਰੇਸੀ ਨੂੰ ਕਿੱਦਾਂ ਜਾਣ ਸਕਦੇ ਹੋ? ਲੋਕਾਂ ਦੇ ਤੇ ਇੰਨੇ ਵਿਚਾਰ ਨੇ, ਇੰਨੇ ਤਰ੍ਹਾਂ ਦੀ ਸੋਚ ਹੈ, ਉਹ ਸਭ ਸਮਝਣੀ ਪੈਣੀ ਆ, ਤਾਂ ਹੀ ਡੈਮੋਕ੍ਰੇਸੀ ਬਣਦੀ ਆ, ਤਾਂ ਹੀ ਫਲਰਿਸ਼ ਕਰਦੀ ਆ, ਫੁੱਲ ਵਾਕਣ ਖਿੜਦੀ ਆ। ਕਿਉਂਕਿ ਜਿਵੇਂ ਬਾਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਹੁੰਦੇ ਨੇ, ਸਭ ਖਿੜੇ ਹੋਏ ਸੋਹਣੇ ਲੱਗਦੇ ਨੇ, ਸਭ ਦੀ ਵੱਖ-ਵੱਖ ਖੁਸ਼ਬੂ, ਵੱਖ-ਵੱਖ ਸੁੰਦਰਤਾ ਹੈ, ਇਸੇ ਤਰ੍ਹਾਂ ਹੀ ਕਲਚਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਨੇ, ਉਹਨਾਂ ਦੀ ਆਪਣੀ ਆਪਣੀ ਸੁੰਦਰਤਾ, ਆਪਣੀ ਆਪਣੀ ਖੁਸ਼ਬੂ ਹੈ, ਔਰ ਉਹ ਪੂਰੀ ਤਰ੍ਹਾਂ ਖਿੜਨ ਕੁਦਰਤੀ ਤੌਰ 'ਤੇ। ਇਹੀ ਡੈਮੋਕ੍ਰੇਸੀ ਆ। ਇਸ ਚੀਜ਼ ਨੂੰ ਕਮਲਾ ਹੈਰਿਸ ਪ੍ਰਮੋਟ ਕਰਦੇ ਨੇ, ਔਰ ਇਹ ਸਿੱਧੀ ਗੱਲ ਕਰਦੇ ਨੇ, ਫਿਜ਼ੀਕਲ ਫਿਟਨੈਸ, ਮੈਂਟਲ ਫਿਟਨੈਸ, ਡੈਮੋਕ੍ਰੇਸੀ ਵਾਸਤੇ ਤੁਹਾਡੀ ਪਰਸਨੈਲਿਟੀ ਦੀ ਫਿਟਨੈਸ। ਨਾਓ ਡੋਨਲਡ ਟਰੰਪ ਕੋਲ ਇੱਕ ਕਾਰਡ ਆ, ਉਸ ਕਾਰਡ ਦੇ ਉੱਤੇ ਉਹ ਖੂਬ ਖੇਡਦੇ ਨੇ, ਟਰੰਪ ਕਾਰਡ, ਦੈਟ ਇਜ਼ ਇਮੀਗ੍ਰੇਸ਼ਨ, ਪ੍ਰਵਾਸੀ, ਤਮਾਮ ਤਰ੍ਹਾਂ ਦੀਆਂ ਗੱਲਾਂ, ਤਮਾਮ ਤਰ੍ਹਾਂ ਦੀਆਂ ਗੱਲਾਂ। ਸ਼ਾਇਦ ਇੰਨੀਆਂ ਗੱਲਾਂ ਪਹਿਲਾਂ ਕਦੀ ਪ੍ਰਵਾਸੀਆਂ ਬਾਰੇ ਨਹੀਂ ਹੋਈਆਂ ਜਿੰਨੀਆਂ 2024 ਦੀਆਂ ਇਲੈਕਸ਼ਨਸ ਦੇ ਵਿੱਚ ਹੁੰਦੀਆਂ ਪਈਆਂ ਨੇ। ਕਾਰਨ ਮੇਜਰ ਇਸ਼ੂ ਹੈ, ਇਹਦੇ ਉੱਤੇ ਹੀ ਚੱਲਦੇ ਪਏ ਨੇ ਰਿਪਬਲਿਕਨਸ, ਔਰ ਉਧਰ ਐਬੋਰਸ਼ਨ ਦਾ ਇਸ਼ੂ ਡੈਮੋਕ੍ਰੇਟਸ ਵਾਸਤੇ। ਔਰ ਇਸ ਵਕਤ ਜਦੋਂ ਲਾਸਟ ਟਾਈਮ ਚੱਲਦਾ ਪਿਆ ਆਪਣੀ ਪਬਲਿਸਿਟੀ ਦਾ, ਕੈਂਪੇਨਸ ਦਾ, ਉਦੋਂ ਇੱਕ ਇਸ਼ੂ ਨਵਾਂ ਉੱਭਰ ਕੇ ਸਾਹਮਣੇ ਆ ਗਿਆ। ਇਤਿਹਾਸ ਦੇ ਵਿੱਚ ਇੱਕ ਲੇਡੀ ਦੇ ਨਾਲ ਜੋ ਹੋਇਆ, ਉਹਨਾਂ ਦੀ ਡੈਥ ਹੋਈ ਔਰ ਉਹਨਾਂ ਨੂੰ ਮੈਡੀਕੇਸ਼ਨ ਨਹੀਂ ਕੀਤਾ ਗਿਆ। ਐਬੋਰਸ਼ਨ ਦੇ ਇਸ਼ੂ ਦੇ ਉੱਤੇ ਉਹਨਾਂ ਦੀ ਕੁਝ ਮੈਡੀਕਲ ਰਿਕੁਆਇਰਮੈਂਟ ਸੀ ਜੋ ਪੂਰੀ ਨਹੀਂ ਕੀਤੀ ਗਈ, ਔਰ ਉਸ ਡੈਥ ਤੋਂ ਬਾਅਦ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਤਿਹਾਸ ਦੀ ਇੱਕ ਕਾਲੀ ਘਟਨਾ ਹੈ, ਉਸ ਘਟਨਾ ਨੂੰ ਉਜਾਗਰ ਕਰਦੇ ਨੇ ਕਮਲਾ ਹੈਰਿਸ, ਔਰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੂੰ ਉਹਦੇ ਵਾਸਤੇ ਜ਼ਿੰਮੇਵਾਰ ਠਹਿਰਾਉਂਦੇ ਨੇ। ਔਰ ਇੱਥੇ ਤੱਕ ਵੀ ਗੱਲ ਕੀਤੀ ਜਾਂਦੀ ਆ ਕਿ ਡੋਨਲਡ ਟਰੰਪ ਦੇ ਕੈਂਪ ਵੱਲੋਂ ਉਸ ਲੇਡੀ ਦੀ ਡੈਥ ਨੂੰ ਆਪਣੀਆਂ ਸਟਾਰ ਰੇਟਿੰਗਸ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਇਹ ਬੇਰਹਿਮ ਹੈ, ਇਹ ਨਿਰਦਈ ਹੈ। ਇਸ ਤਰ੍ਹਾਂ ਦੀ ਘਟਨਾ, ਇਸ ਤਰ੍ਹਾਂ ਦਾ ਸੋਚ, ਇਸ ਤਰ੍ਹਾਂ ਦਾ ਵਿਜ਼ਨ ਰੱਖਣਾ, ਔਰ ਇਸ ਘਟਨਾ ਨੂੰ ਤੁਸੀਂ ਆਪਣੀ ਪਬਲਿਸਿਟੀ ਵਾਸਤੇ ਇਸਤੇਮਾਲ ਕਰਦੇ ਹੋ। ਇਸ ਗੱਲ ਨੇ ਹੁਣ ਕਾਫੀ ਜ਼ਿਆਦਾ ਜ਼ੋਰ ਫੜਿਆ ਹੋਇਆ, ਔਰ ਥਾਂ ਥਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਨੇ, ਕਿਉਂਕਿ ਇਹ ਲਾਸਟ ਟਾਈਮ ਦੇ ਉੱਤੇ ਆ ਕੇ ਜੋ ਕਮਲਾ ਹੈਰਿਸ ਦੇ ਸਪੋਰਟਰਸ ਨੇ ਇਹ ਐਬੋਰਸ਼ਨ ਦੇ ਇਸ਼ੂ ਨੂੰ ਚੁੱਕਿਆ ਹੈ, ਔਰ ਇਸ ਰੂਪ ਦੇ ਵਿੱਚ ਚੁੱਕਿਆ ਹੈ, ਇਹ ਡੋਨਲਡ ਟਰੰਪ ਦੇ ਉੱਤੇ ਭਾਰੀ ਪੈਣ ਵਾਲਾ ਹੈ, ਇਹ ਐਕਸਪਰਟਸ ਕਹਿੰਦੇ ਨੇ। ਕਿਉਂਕਿ ਡੋਨਲਡ ਟਰੰਪ ਤੇ ਉਹਨਾਂ ਦੀ ਟੀਮ, ਉਹਨਾਂ ਦੀ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਪਾਰਟੀ ਇਸ ਇਸ਼ੂ ਦੇ ਉੱਤੇ ਜਿਸ ਤਰ੍ਹਾਂ ਦੇ ਵੀ ਵਿਚਾਰ ਰੱਖਦੀ ਹੋਵੇ, ਕਾਨੂੰਨੀ ਤੌਰ ਤੇ ਜੋ ਵੀ ਫੇਰ ਬਦਲ ਕਰਨਾ ਚਾਹੁੰਦੀ ਹੋਵੇ, that is a different story, but ਲੋਕ ਕੀ ਚਾਹੁੰਦੇ ਨੇ, ਲੋਕਾਂ ਦੇ ਉੱਤੇ ਕੀ ਅਸਰ ਹੋ ਰਿਹਾ ਹੈ, that matters। ਲੋਕਾਂ ਦਾ ਸੁਭਾਅ, ਲੋਕਾਂ ਦੀ ਨੇਚਰ ਇਸ ਇਸ਼ੂ ਨੂੰ ਕਿਵੇਂ ਸਪੋਰਟ ਕਰਦੀ ਹੈ, that matters। ਲਾਅ ਇੱਕ ਡਿਫਰੈਂਟ ਚੀਜ਼ ਹੈ, ਇਨਸਾਨ ਦੀ ਨੇਚਰ ਇੱਕ ਡਿਫਰੈਂਟ ਚੀਜ਼ ਹੈ। ਲਾਅ ਕੈਨ ਨਾਟ ਚੇਂਜ ਹਿਊਮਨ ਨੇਚਰ, ਇਹ ਬੇਸਿਕ ਟਰੁੱਥ ਹੈ। ਕਾਨੂੰਨ ਇਨਸਾਨ ਦੀ ਫਿਤਰਤ ਨੂੰ, ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦਾ। ਕਾਨੂੰਨ ਆਪਣਾ ਕੰਮ ਕਰੇਗਾ, ਉਹ ਇੱਕ ਵੱਖਰੀ ਗੱਲ ਹੈ, ਪਰ ਇਨਸਾਨਾਂ ਦੀ ਫਿਤਰਤ, ਉਹਦਾ ਸੁਭਾਅ, ਉਹਦਾ ਪਿਛੋਕੜ, ਉਹਦੀ ਕਲਚਰਲ ਬੈਕਗਰਾਊਂਡ, ਉਹਦੀਆਂ ਕਲਚਰਲ ਵੈਲਿਊਜ਼ ਡਿਫਰੈਂਟ ਚੀਜ਼ ਆ। ਸੋ ਹਰ ਐਂਗਲ ਨੂੰ ਕਾਨੂੰਨੀ ਤੌਰ 'ਤੇ ਆਪਾਂ ਨਹੀਂ ਦੇਖ ਸਕਦੇ, ਬਾਕੀ ਐਂਗਲ ਵੀ ਹੈਗੇ ਨੇ, ਸੋਸ਼ਲ ਐਂਗਲ, ਇਕਨੋਮਿਕ ਐਂਗਲ, ਮੈਡੀਕਲ ਪੁਆਇੰਟ ਆਫ ਵਿਊ ਤੋਂ ਉਸ ਲੇਡੀ ਨੂੰ ਹੈਲਪ ਮਿਲਣੀ ਚਾਹੀਦੀ ਸੀ ਕਿ ਨਹੀਂ ਮਿਲਣੀ ਚਾਹੀਦੀ ਸੀ, ਰਿਲੀਜੀਅਸ ਐਂਗਲ, ਔਰ ਹਰ ਐਂਗਲ ਇਹ ਦੱਸੇਗਾ, ਚਾਹੇ ਲਾਅ ਦਾ ਵੀ ਐਂਗਲ ਲੈ ਲਓ, ਕਿ ਇਨਸਾਨ ਦੀ ਜ਼ਿੰਦਗੀ ਬਚਣੀ ਚਾਹੀਦੀ ਹੈ, ਹਿਊਮਨ ਲਾਈਫ ਮੈਟਰਸ। ਕਾਨੂੰਨ ਇਨਸਾਨਾਂ ਵਾਸਤੇ ਹੁੰਦੇ ਨੇ, ਇਨਸਾਨ ਕਾਨੂੰਨ ਦੇ ਵਾਸਤੇ ਇਸ ਤਰ੍ਹਾਂ ਨਹੀਂ ਹੁੰਦੇ ਕਿ ਇਨਸਾਨ ਦੀ ਬਲੀ ਦੇ ਦਿਓ ਕਾਨੂੰਨ ਵਾਸਤੇ, ਕਿਉਂਕਿ ਕਾਨੂੰਨ ਦੇ ਵਿੱਚ ਇਲਾਸਟਿਸਿਟੀ ਹੈ, ਕੰਸੀਡਰੇਸ਼ਨ ਹੈ, ਹਰ ਮੌਕੇ ਨੂੰ ਦੇਖਿਆ ਜਾਂਦਾ। ਕੋਈ ਇਹ ਨਹੀਂ ਕੋਈ ਫਿਕਸ ਹੁੰਦਾ, ਪੱਥਰ ਦੀ ਲਕੀਰ ਹੁੰਦਾ ਕਾਨੂੰਨ, ਇੱਦਾਂ ਦੀ ਕੋਈ ਗੱਲ ਨਹੀਂ। ਮੌਕੇ ਦੇ ਮੁਤਾਬਿਕ ਉਹਦੇ ਚੇਂਜਸ ਹੁੰਦੀਆਂ ਨੇ, ਕੰਸੀਡਰ ਕੀਤਾ ਜਾਂਦਾ ਹੈ, ਹਰ ਸਿਚੁਏਸ਼ਨ ਡਿਫਰੈਂਟ ਹੈ। ਇਹੀ ਚੀਜ਼ ਵਾਸਤੇ ਜੱਜਸ ਬੈਠੇ, ਕੋ ਲਾਅ ਲਿਖ ਦਿੱਤਾ ਗਿਆ, ਇੱਕ ਸੈਂਟੈਂਸ ਲਿਖ ਦਿੱਤਾ ਗਿਆ, 10 ਸੈਂਟੈਂਸ ਲਿਖ ਕੇ ਇੱਕ ਕਲੌਜ਼ ਬਣਾ ਦਿੱਤੀ ਗਈ, ਠੀਕ ਹੈ, ਕਾਨੂੰਨ ਬਣ ਗਿਆ। ਪਰ ਉਹਦੇ 'ਚ ਇਹ ਫੈਸਿਲਿਟੀ ਹੁੰਦੀ ਹੈ ਕਿ ਸਿਚੁਏਸ਼ਨ ਦੇ ਮੁਤਾਬਿਕ ਉਸ ਨੂੰ ਡੀਲ ਕਰਨਾ, ਉਹ ਜੱਜਸ ਕਰਦੇ ਨੇ। ਐਵੀਡੈਂਸ ਹੈ ਉਹਦੇ ਵਾਸਤੇ, ਪ੍ਰੂਫਸ ਨੇ ਉਹਦੇ ਵਾਸਤੇ,
ਉਹ ਜੱਜਾਂ ਦੀ ਵਿਜ਼ਡਮ ਹੈ ਔਰ ਉਸ ਵਕਤ ਉਹ ਡਿਸਾਈਡ ਕੀਤਾ ਜਾਂਦਾ ਹੈ। ਇਹ ਇੱਕ ਰੋਡ ਮੈਪ ਹੈ, ਇਹ ਇੱਕ ਕਾਨੂੰਨ, ਇੱਕ ਲਿਖਿਆ ਹੋਇਆ ਡਾਕੂਮੈਂਟ ਹੈ, ਪਰ ਉਹਦੇ ਵਿੱਚ ਚੇਂਜਸ ਹੁੰਦੀਆਂ ਨੇ ਅਕੋਰਡਿੰਗ ਟੂ ਸਿਚੁਏਸ਼ਨਸ। ਇਹਦੇ ਵਾਸਤੇ ਜੱਜਿਸ ਦੀ ਵਿਜ਼ਡਮ, ਇਸੇ ਵਾਸਤੇ ਤਾਂ ਉਹ ਸਿਲੈਕਟ ਕੀਤੇ ਜਾਂਦੇ ਨੇ। ਸਿਆਣੇ ਬੰਦੇ ਜਿਹੜੇ ਜੱਜ ਨੇ ਉਹ ਆਪਣੀ ਸਿਆਣਪ ਦੇ ਨਾਲ ਮੌਕੇ ਦੇ ਮੁਤਾਬਿਕ ਦੇਖਦੇ ਨੇ। ਇੱਕ ਲੇਡੀ ਦੀ ਜਾਨ ਜਾਂਦੀ ਆ, ਇਹ ਹਿਸਟਰੀ ਆ, ਇੱਕ ਕਾਲੀ ਘਟਨਾ ਹੈ ਔਰ ਇਸ ਘਟਨਾ ਨੂੰ ਇਸ ਵਕਤ ਉਜਾਗਰ ਕਰ ਰਿਹਾ ਹੈ ਕਮਲਾ ਹੈਰਿਸ ਦਾ ਕੈਂਪ, ਉਹਨਾਂ ਦੇ ਸਪੋਰਟਰਸ। ਔਰ ਉਹ ਡੋਨਲਡ ਟਰੰਪ ਦੇ ਉੱਤੇ ਭਾਰੀ ਪੈਣ ਵਾਲੀ ਇਹ ਗੱਲ, ਕਿਉਂਕਿ ਐਬੋਰਸ਼ਨ ਨਾਲ ਸਿੱਧੀ ਸਿੱਧੀ ਜੁੜੀ ਹੋਈ ਇਹ ਗੱਲ ਹੈ। ਇਹਦੇ ਉੱਤੇ ਕਮਲਾ ਹੈਰਿਸ ਦੇ ਆਪਣੇ ਵਿਚਾਰ ਨੇ ਜੋ ਡੋਨਲਡ ਟਰੰਪ ਦੇ ਵਿਚਾਰਾਂ ਨਾਲੋਂ ਵੱਖਰੇ ਨੇ। ਕਮਲਾ ਹੈਰਿਸ ਦੇ ਵਿਚਾਰ ਸੇਮ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਹੈ, ਔਰ ਇਹ ਆਲ ਟੂਗੈਦਰ ਇੱਕ ਨਵੀਂ ਚੀਜ਼ ਲੈ ਕੇ ਆਉਣਾ ਚਾਹੁੰਦੇ ਨੇ ਡੋਨਲਡ ਟਰੰਪ। ਬਿਕਾਜ਼ ਬੇਸਿਕ ਚੀਜ਼ ਉਹ ਇਹ ਦੇਸ਼ ਤੇ ਕੰਪਨੀ ਦੇ ਵਿੱਚ ਫਰਕ ਨਹੀਂ ਕਰ ਪਾ ਰਹੇ। ਅਮਰੀਕਾ ਇਜ਼ ਅ ਕੰਟਰੀ, ਅਮਰੀਕਾ ਇਜ਼ ਨਾਟ ਅ ਕੰਪਨੀ। ਇਸ ਚੀਜ਼ ਨੂੰ ਡੋਨਲਡ ਟਰੰਪ ਨਹੀਂ ਡਿਫਰ ਕਰ ਪਾ ਰਹੇ, ਇੱਕੋ ਚੀਜ਼ ਨਾਲ ਚੱਲਦੇ ਪਏ ਨੇ। ਇਹ ਐਕਸਪਰਟਸ ਦੀ ਰਾਏ ਹੈ। ਨਾਓ ਇਹ ਇਸ਼ੂ ਬਹੁਤ ਜ਼ਿਆਦਾ ਭਾਰੀ ਪੈ ਰਿਹਾ ਔਰ ਕਮਲਾ ਹੈਰਿਸ ਜੋ ਦੂਜੀ ਗੱਲ ਚੁੱਕ ਰਹੇ ਨੇ ਮੈਡੀਕਲ ਫਿਟਨੈਸ ਦੇ ਉੱਤੇ, ਜੋ ਉਹਨਾਂ ਦੀ ਆਪਣੀ ਮੈਡੀਕਲ ਰਿਪੋਰਟ ਵਾਈਟ ਹਾਊਸ ਵੱਲੋਂ ਦਿੱਤੀ ਗਈ ਹੈ, ਸ਼ੀ ਇਜ਼ ਪਰਫੈਕਟਲੀ ਓਕੇ ਫॉर द जॉब ऑफ द प्रेजिडेंट ऑफ अमेरिका। तो सेम एक्सपैक्ट करते हैं डोनल्ड ट्रंप तो, क्योंकि वो भी 78 क्रॉस करते पे ने। जे जो बाइडन की एज के उत्ते गल होंदी है तो डोनल्ड ट्रंप की एज के उत्ते भी गल होंदी है। जे डोनल्ड ट्रंप की एज के उत्ते गल होंदी है तो कमला हैरिस की एज के उत्ते भी गल होंदी है। बट कमला हैरिस बहुत छोटे ने, अपने 50s ਦੇ ਵਿੱਚ ਨੇ ਹਜੇ ਉਹ, ਔਰ ਡੋਨਲਡ ਟਰੰਪ 78, 3 ਸਾਲ ਛੋਟੇ ਨੇ ਜੋ ਬਾਈਡਨ ਤੋਂ। ਔਰ ਪਲੱਸ ਟੂ ਦੈਟ ਕਮਲਾ ਹੈਰਿਸ ਦੀ ਮੈਡੀਕਲ ਰਿਪੋਰਟ ਪਬਲਿਕ ਡੋਮੇਨ ਦੇ ਵਿੱਚ ਹੈ। ਡੋਨਲਡ ਟਰੰਪ ਇਸ ਤੋਂ ਡਿਨਾਈ ਕਰਦੇ ਨੇ, ਨੋ, ਆਪਣੀ ਹੈਲਥ ਰੈਕੋਰਡਸ ਨੂੰ ਸਾਂਝਾ ਨਹੀਂ ਕਰਦੇ। ਉਹਨਾਂ ਦੀ ਟੀਮ ਜ਼ਰੂਰ ਕਹਿੰਦੀ ਹੈ ਕਿ ਡਾਕਟਰਸ ਕਹਿੰਦੇ ਨੇ ਹੀ ਇਜ਼ ਪਰਫੈਕਟਲੀ ਓਕੇ। 2 ਵਾਰੀ ਉਹਨਾਂ ਦੀ ਲਾਈਫ ਦੇ ਉੱਤੇ ਅਟੈਂਪਟ ਹੋਇਆ, ਸਟਿਲ ਵਰਕਿੰਗ ਐਕਟਿਵ, ਯੈਸ ਓਕੇ, ਬਿਲਕੁਲ ਠੀਕ ਹੈ। ਗੋਲਫ ਖੇਡਣ ਵੀ ਜਾਂਦੇ ਨੇ, ਯੈਸ। ਔਰ ਉਹਨਾਂ ਨੇ ਜੋ ਬਾਈਡਨ ਨੂੰ ਕਿਹਾ ਸੀ ਆਓ ਗੋਲਫ ਦਾ ਮੈਚ ਖੇਡੀਏ। ਸੋ ਇਹ ਹਿਸਟਰੀ ਆ। ਸੋ ਉਹਨਾਂ ਦੀ ਟੀਮ ਕਹਿੰਦੀ ਆ ਹੀ ਇਜ਼ ਪਰਫੈਕਟਲੀ ਓਕੇ, ਕਮਲਾ ਹੈਰਿਸ ਦੀ ਟੀਮ ਕਹਿੰਦੀ ਓਕੇ ਪਰਫੈਕਟਲੀ ਓਕੇ। ਤਾਂ ਫਿਰ ਉਹ ਰਿਪੋਰਟ ਲੈ ਕੇ ਆਓ ਨਾ, ਅਸੀਂ ਵੀ ਤਾਂ ਲੈ ਕੇ ਆਏ ਹਾਂ, ਤੁਸੀਂ ਕਿਉਂ ਨਹੀਂ ਲੈ ਕੇ ਆਉਂਦੇ? ਇਸ ਪੁਆਇੰਟ ਨੂੰ ਵੀ ਬਹੁਤ ਜ਼ਿਆਦਾ ਚੁੱਕਿਆ ਜਾ ਰਿਹਾ ਔਰ ਡਾਊਟ ਕ੍ਰੀਏਟ ਕੀਤਾ ਜਾ ਰਿਹਾ। ਜਿਹੜੇ ਡੋਨਲਡ ਟਰੰਪ ਦੇ ਸਪੋਰਟਰਸ ਨੇ ਉਹਨਾਂ ਦੇ ਮਨਾਂ ਦੇ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ ਡਾਊਟ ਕ੍ਰੀਏਟ ਕੀਤਾ ਜਾ ਰਿਹਾ ਕਿ ਉਹ ਡੋਨਲਡ ਟਰੰਪ ਦੀ ਫਿਟਨੈਸ ਦੇ ਉੱਤੇ ਡਾਊਟ ਕਰਨ। ਇੱਕ ਬਹੁਤ ਸਖਤ ਕਾਰਡ ਹੋ ਸਕਦਾ ਹੈ ਡੋਨਲਡ ਟਰੰਪ ਦੇ ਖਿਲਾਫ ਕਿ ਉਹਨਾਂ ਨੂੰ ਇਹ ਘੋਸ਼ਿਤ ਕਰਵਾ ਦੇਣਾ ਲੋਕਾਂ ਦੇ ਮਨਾਂ ਦੇ ਵਿੱਚ ਕਿ ਇਹ ਫਿਜ਼ੀਕਲੀ ਫਿਟ ਨਹੀਂ ਹੈਗੇ, ਜਿਸ ਤਰ੍ਹਾਂ ਕਿਸੇ ਵੇਲੇ ਜੋ ਬਾਈਡਨ ਨੂੰ ਘੋਸ਼ਿਤ ਕਰਵਾਇਆ ਸੀ ਲੋਕਾਂ ਦੇ ਮਨਾਂ ਦੇ ਵਿੱਚ। ਉਹ ਰੇਸ ਤੋਂ ਬਾਹਰ ਹੋ ਗਏ ਤੇ ਕਮਲਾ ਹੈਰਿਸ ਉਹਨਾਂ ਦੀ ਥਾਂ ਤੇ ਆਏ। ਹੁਣ ਇੱਥੇ ਇਹ ਸਟ੍ਰੈਟਜੀ ਅਪਣਾਈ ਜਾ ਰਹੀ ਹੈ। ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਹਿਸਟਰੀ ਦੇ ਵਿੱਚ ਇੰਨੀ ਏਜ ਦਾ ਪ੍ਰੈਜ਼ੀਡੈਂਟ ਕੋਈ ਵੀ ਨਹੀਂ ਬਣਿਆ ਜਿੰਨੀ ਏਜ ਤੇ ਡੋਨਲਡ ਟਰੰਪ ਬਣ ਸਕਦੇ ਨੇ ਜੇ ਉਹ ਬਣਦੇ ਨੇ ਦੂਸਰੀ ਵਾਰ। ਇਹ ਜ਼ਿਆਦਾ ਏਜ ਆ ਕਮਲਾ ਹੈਰਿਸ ਦੇ। ਇਹ ਪੁਆਇੰਟਸ ਨੇ। ਸੋ ਕਹਿ ਰਹੇ ਨੇ ਕਿ ਤੁਹਾਡੀ ਫਿਜ਼ੀਕਲ ਤੇ ਮੈਂਟਲ ਫਿਟਨੈਸ ਦਾ ਰਿਕਾਰਡ ਪਬਲਿਕ ਦੇ ਵਿੱਚ ਹੋਣਾ ਚਾਹੀਦਾ ਹੈ, ਕਿਉਂਕਿ ਤੁਸੀਂ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਵਾਸਤੇ ਅੱਗੇ ਵਧਦੇ ਪਏ ਹੋ। ਇਹ ਤੁਹਾਡੀ ਕੋਸ਼ਿਸ਼ ਹੈ, ਬਣਦੇ ਹੋ ਕਿ ਨਹੀਂ ਬਣਦੇ ਹੋ ਇਹ ਤੇ ਨਵੰਬਰ 5 ਨੂੰ ਪਤਾ ਲੱਗੇਗਾ, ਇਹ ਤਾਂ ਲੋਕ ਦੱਸਣਗੇ। ਬਟ ਯੂ ਆਰ ਟਰਾਈਂਗ ਫॉर द ਆਫਿਸ। ਸੋ ਇਹ ਸਭ ਚੀਜ਼ਾਂ ਇਸ ਵਕਤ ਕੰਮ 'ਚ ਆ ਰਹੀਆਂ ਨੇ ਕਮਲਾ ਹੈਰਿਸ ਦੇ, ਔਰ ਇਸ ਗੱਲ ਦੇ ਉੱਤੇ ਚੱਲਦੇ ਪਏ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ। ਜਿਸ ਤਰ੍ਹਾਂ ਅਬੋਰਸ਼ਨ ਦਾ ਇਸ਼ੂ ਚੁੱਕਿਆ ਜਾ ਰਿਹਾ ਇਸ ਵਕਤ, ਇਹ ਇਸ਼ੂ ਵੀ ਚੁੱਕਿਆ ਜਾ ਰਿਹਾ ਹੈ ਫਿਟਨੈਸ ਆਫ ਡੋਨਲਡ ਟਰੰਪ ਤੇ ਨਾਲ ਉਹਨਾਂ ਦੀ ਫਿਟਨੈਸ ਡੈਮੋਕ੍ਰੇਸੀ ਵਾਸਤੇ, ਕਿ ਡੈਮੋਕ੍ਰੇਸੀ ਨੂੰ ਉਹਨਾਂ ਦੀ ਸੋਚ ਸੂਟ ਕਰਦੀ ਆ ਕਿ ਨਹੀਂ ਕਰਦੀ। ਉਹਨਾਂ ਦਾ ਬਿਹੇਵੀਅਰ ਜੋ ਡੈਮੋਕ੍ਰੇਸੀ ਵਾਸਤੇ ਅਨਫਿਟ ਆ, ਈਵਨ ਡੇਂਜਰਸ ਸ਼ਬਦ ਦਾ ਇਸਤੇਮਾਲ ਵੀ ਕੀਤਾ ਜਾਂਦਾ, ਖਤਰਨਾਕ ਹੈ। ਘਟਨਾ ਜੋੜੀ ਜਾਂਦੀ ਹੈ ਜਨਵਰੀ 6 ਜਦੋਂ ਉਹਨਾਂ ਦੇ ਸਮਰਥਕਾਂ ਨੇ ਜੋ ਕੁਝ ਕੀਤਾ। ਹਿਸਟਰੀ ਆ, ਆਪਾਂ ਸਾਰੇ ਜਾਣਦੇ ਹਾਂ। ਉਹਦਾ ਵੀ ਕੇਸ ਪੈਂਡਿੰਗ ਆ ਨਵੰਬਰ 26। ਔਰ ਇਹ ਦੋ ਚੀਜ਼ਾਂ ਦੇ ਨਾਲ ਹੁਣ ਇਹ ਵੀ ਚੀਜ਼ ਐਬੋਰਸ਼ਨ ਵੀ ਆ ਗਈ। ਨਾਓ ਐਬੋਰਸ਼ਨ, ਫਿਜ਼ੀਕਲ ਐਂਡ ਮੈਂਟਲ ਫਿਟਨੈਸ, ਐਂਡ ਥਰਡ ਡੈਮੋਕ੍ਰੇਸੀ ਵਾਸਤੇ ਇਹਨਾਂ ਦੀ ਸੋਚ ਖਤਰਾ ਹੈ ਕਿ ਨਹੀਂ ਹੈ। ਹਾਲਾਂਕਿ 2 ਵਾਰੀ ਜਦੋਂ ਉਹਨਾਂ ਦੀ ਲਾਈਫ ਦੇ ਉੱਤੇ ਵੀ ਅਟੈਕਸ ਹੁੰਦੇ ਨੇ, ਪੂਰੀ ਦੁਨੀਆ ਦੇ ਵਿੱਚ ਇਹ ਡਿਬੇਟ ਹੁੰਦੀ ਹੈ ਕਿ ਆਹ ਹਾਲ ਹੈ,
ਅਮਰੀਕਾ ਦੀ ਸਿਕਿਉਰਿਟੀ ਦਾ, ਇੱਕ ਫਾਰਮਰ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਸਿਕਿਉਰਿਟੀ ਦਾ ਆਹ ਹਾਲ ਹੈ। ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਹੈ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਜਿਹੜੀ ਸਿਕਿਉਰਿਟੀ ਆ ਉਹ ਤਾਂ ਇੰਨੀ ਜ਼ਬਰਦਸਤ ਹੈ ਕਿ ਪੂਰੀ ਦੁਨੀਆ ਵਿੱਚ ਐਗਜ਼ਾਮਪਲ ਦਿੱਤੀ ਜਾਂਦੀ ਆ, ਔਰ ਇੱਥੇ ਆ ਕੀ ਹੋ ਰਿਹਾ। ਔਰ ਇਹਨਾਂ ਸਿਕਿਉਰਿਟੀ ਏਜੰਸੀਜ਼ ਦੇ ਚੀਫਸ ਵੱਲੋਂ ਇਹ ਗੱਲ ਕਹੀਆਂ ਜਾਂਦੀਆਂ ਨੇ ਕਿ ਡੋਨਲਡ ਟਰੰਪ ਇਜ਼ ਨਾਟ ਅ ਸਿਟਿੰਗ ਪ੍ਰੈਜ਼ੀਡੈਂਟ, ਇਸ ਕਰਕੇ ਇਹਨਾਂ ਦੇ ਵਾਸਤੇ ਉਹਨੇ ਬੰਦੇ ਸਿਕਿਉਰਿਟੀ ਦੇ ਵਿੱਚ ਨਹੀਂ ਹੋ ਸਕਦੇ ਜਿੰਨੇ ਜੋ ਬਾਈਡਨ ਦੀ ਹੋ ਸਕਦੇ ਨੇ, ਕਿਉਂਕਿ ਉਹ ਐਕਟਿਵ ਪ੍ਰੈਜ਼ੀਡੈਂਟ ਨੇ, ਉਹ ਇਸ ਵਕਤ ਕੁਰਸੀ ਤੇ ਨੇ। ਹੁਣ ਇਹ ਐਕਸੈਪਟੇਬਲ ਨਹੀਂ ਹੈ, ਇਹ ਵੀ ਐਕਸਪਰਟਸ ਕਹਿੰਦੇ ਨੇ ਇਟ ਇਜ਼ ਨਾਟ ਐਕਸੈਪਟੇਬਲ, ਕਿਉਂਕਿ ਫਾਰਮਰ ਪ੍ਰੈਜ਼ੀਡੈਂਟ ਵੀ ਓਨਾ ਹੀ ਮਹਿੰਗਾ ਖਜ਼ਾਨਾ ਹੈ, ਕਿਉਂਕਿ ਉਹਦੇ ਕੋਲ ਵੀ ਤਾਂ ਕਈ ਸੀਕ੍ਰੇਟਸ ਨੇ ਨਾ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਹੋਣਗੇ ਤਾਂ ਕਈ ਸੀਕ੍ਰੇਟਸ ਉਹਨਾਂ ਕੋਲ ਹੋਣਗੇ। ਬਰੈਕ ਓਬਾਮਾ ਕੋਲ ਵੀ ਹੋਣਗੇ, ਉਹ ਵੀ ਮੈਦਾਨ ਵਿੱਚ ਉਤਰੇ ਹੋਏ ਨੇ ਕਮਲਾ ਹੈਰਿਸ ਦੇ ਹੱਕ ਦੇ ਵਿੱਚ। ਬਿਲ ਕਲਿੰਟਨ ਕੋਲ ਵੀ ਹੋਣਗੇ, ਉਹ ਵੀ ਉਤਰੇ ਹੋਏ ਨੇ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਮੈਦਾਨ ਦੇ ਵਿੱਚ। ਬਰੈਕ ਓਬਾਮਾ ਦੀ ਜਿਹੜੀ ਟੀਮ ਹੈ, ਜਿਹੜੀ ਉਹਨਾਂ ਨੇ ਹਾਇਰ ਕੀਤੀ ਸੀ ਆਪਣੀਆਂ ਇਲੈਕਸ਼ਨਸ ਵੇਲੇ ਸਾਰੀ ਕੈਂਪੇਨ ਡਿਜ਼ਾਈਨ ਕਰਨ ਵਾਸਤੇ, ਸੇਮ ਟੀਮ ਕੰਮ ਕਰ ਰਹੀ ਹੈ ਕਮਲਾ ਹੈਰਿਸ ਵਾਸਤੇ। ਸੋ ਗੱਲਾਂ ਤੇ ਉਹੀ ਨੇ, ਬਾਤਾਂ ਤੇ ਉਹੀ ਨੇ, ਡੀਲ ਕਰਨ ਦਾ ਤਰੀਕਾ ਨਵਾਂ ਹੈ, ਕਿਉਂਕਿ ਹਰ ਸਮੇਂ ਦੀ ਰਿਕੁਆਇਰਮੈਂਟ ਅਲੱਗ ਹੁੰਦੀ ਆ, ਲੋੜ ਅਲੱਗ ਹੁੰਦੀ ਹੈ, ਉਸੇ ਤਰ੍ਹਾਂ ਡੀਲ ਕੀਤਾ ਜਾਂਦਾ। ਔਰ ਇਹੀ ਚੀਜ਼ ਡੀਲ ਕਰਦੀ ਆ ਪੂਰੇ ਕਾਨੂੰਨ ਨੂੰ, ਪੂਰੇ ਕੌਨਸਟੀਟਿਊਸ਼ਨ ਨੂੰ। ਸਮੇਂ ਦੀ ਲੋੜ, ਸਮੇਂ ਦੀ ਸੋਚ, ਸਮੇਂ ਦੀ ਮੰਗ, ਉਹਦੇ ਮੁਤਾਬਿਕ ਚੇਂਜਸ ਕਰਦੇ ਨੇ। ਉਹਦੇ ਵਾਸਤੇ ਹੀ ਜੱਜਿਸ ਬੈਠਦੇ ਨੇ, ਉਹਦੇ ਵਾਸਤੇ ਹੀ ਅਥਾਰਟੀਜ਼ ਬੈਠਦੀਆਂ ਨੇ, ਉਹਦੇ ਵਾਸਤੇ ਹੀ ਡਿਪਾਰਟਮੈਂਟਸ ਬਣਾਏ ਜਾਂਦੇ ਨੇ, ਉਹਦੇ ਵਾਸਤੇ ਸਿਕਿਉਰਿਟੀ ਹੁੰਦੀ ਹੈ। ਔਰ ਜਿਹੜੇ ਕੇਸਿਸ ਇਹਨਾਂ ਦੇ ਉੱਤੇ ਚੱਲ ਰਹੇ ਨੇ, ਇਹ ਉਹਨਾਂ ਜੱਜਿਸ ਨੂੰ ਪਸੰਦ ਨਹੀਂ ਕਰ ਰਹੇ ਜਿਹੜੇ ਉਹਨਾਂ ਕੇਸਿਸ ਨੂੰ ਡੀਲ ਕਰ ਰਹੇ ਨੇ, ਕਿਉਂਕਿ ਜੱਜਿਸ ਦੀ ਕੋਈ ਪਰਸਨਲ ਤੁਹਾਡੇ ਨਾਲ ਥੋੜ੍ਹਾ ਹੈਗੀ ਆ ਕੋਈ ਲੈਣ ਦੇਣ। ਉਹ ਤਾਂ ਕਾਨੂੰਨ ਦੇ ਮੁਤਾਬਿਕ ਦੇਖਦੇ ਪਏ ਨੇ, ਜੋ ਉਹਨਾਂ ਦੇ ਸਾਹਮਣੇ ਕੇਸ ਆਇਆ ਹੈ, ਜੋ ਉਹਨਾਂ ਦੀ ਜੌਬ ਹੈ, ਜੋ ਉਹਨਾਂ ਦੀ ਡਿਊਟੀ ਹੈ, ਉਹ ਆਪਣੀ ਡਿਊਟੀ ਨਿਭਾਉਂਦੇ ਪਏ ਨੇ। ਔਰ ਡਿਊਟੀ ਨਿਭਾਉਣ ਲਈ ਉਹਨਾਂ ਨੂੰ ਕੋਰਟ ਕੇਸ ਦੇ ਵਿੱਚ ਐਵੀਡੈਂਸ ਤੇ ਪ੍ਰੂਫ ਚਾਹੀਦੇ ਨੇ, ਔਰ ਉਹਦੇ ਮੁਤਾਬਿਕ ਉਹ ਫੈਸਲਾ ਲੈ ਰਹੇ ਨੇ। ਹੁਣ ਜੇ ਉਹ ਐਵੀਡੈਂਸ ਤੇ ਪ੍ਰੂਫ ਤੁਹਾਡੇ ਖਿਲਾਫ ਜਾ ਰਹੀ ਹੈ ਤੇ ਇਹਦੇ ਵਿੱਚ ਜੱਜਿਸ ਦਾ ਕੀ ਹੱਥ ਹੋ ਗਿਆ? ਉਹਦਾ ਜੋ ਸਾਹਮਣੇ ਆਇਆ ਉਹ ਕਹਿ ਰਹੇ ਨੇ, ਔਰ ਤੁਸੀਂ ਜੱਜਿਸ ਦੇ ਬਾਰੇ ਸ਼ੁਭ ਵਿਚਾਰ ਨਹੀਂ ਰੱਖਦੇ, ਜਦਕਿ ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ। ਡੋਨਲਡ ਟਰੰਪ ਦੀ ਆਪਾਂ ਗੱਲ ਕਰ ਰਹੇ ਹਾਂ, ਸੁਪਰੀਮ ਕੋਰਟ ਆਫ ਅਮਰੀਕਾ ਦੇ ਜੱਜਿਸ ਬਾਰੇ ਤੁਸੀਂ ਸ਼ੁਭ ਵਿਚਾਰ ਨਾ ਰੱਖੋ, ਇਹ ਐਕਸੈਪਟੇਬਲ ਨਹੀਂ ਹੈ। ਤੁਸੀਂ ਡਾਊਟ ਕ੍ਰੀਏਟ ਕਰ ਰਹੇ ਹੋ ਜੁਡੀਸ਼ਰੀ ਦੇ ਉੱਤੇ, ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ। ਨਾਓ ਤਾਂ ਇਹ ਕੇਸਿਸ ਹੁਣ ਇਹਨਾਂ ਸਭ ਨੂੰ ਡੀਲ ਕਰਨਾ, ਇੱਕ ਤਾਂ ਆਪਣੀ ਫਰੀਡਮ ਵਾਸਤੇ ਉਹ ਐਂਡ ਸਰਵਾਈਵਲ ਵਾਸਤੇ ਉਹ ਡੀਲ ਕਰਦੇ ਪਏ ਨੇ ਕੋਰਟ ਕੇਸਿਸ। ਹੁਣ ਇੱਕ ਨਵਾਂ ਇਹ ਹੋਰ ਝੰਜਟ ਖੜਾ ਹੋ ਗਿਆ ਐਬੋਰਸ਼ਨ ਦਾ ਲੈ ਕੇ, ਔਰ ਬਿਹੇਵੀਅਰ ਦਾ ਲੈ ਕੇ, ਫਿਜ਼ੀਕਲ ਮੈਂਟਲ ਫਿਟਨੈਸ ਦਾ ਲੈ ਕੇ, ਡੈਮੋਕ੍ਰੇਸੀ ਦੇ ਵਿਚਾਰਾਂ ਨੂੰ ਲੈ ਕੇ, ਇਹ ਤੁਹਾਡੇ ਵਿਚਾਰ ਕਿੱਦਾਂ ਦੇ ਨੇ, ਇਮੀਗ੍ਰੈਂਟਸ ਬਾਰੇ ਤੁਹਾਡੇ ਵਿਚਾਰ ਕਿੱਦਾਂ ਦੇ ਨੇ, ਬਾਕੀ ਹੋਰ ਕਲਾਸਿਸ ਬਾਰੇ ਤੁਹਾਡੇ ਵਿਚਾਰ ਕਿੱਦਾਂ ਦੇ ਨੇ, ਤੁਸੀਂ ਰੇਸਿਜ਼ਮ ਨੂੰ ਪ੍ਰਮੋਟ ਕਰਦੇ ਪਏ ਹੋ। ਇਹ ਸਭ ਵਿਚਾਰ ਨਾ ਤਾਂ ਡੈਮੋਕ੍ਰੇਸੀ ਦੀ ਸਿਹਤ ਵਾਸਤੇ ਚੰਗੇ ਨੇ ਤੇ ਨਾ ਪ੍ਰੈਜ਼ੀਡੈਂਟ ਆਫ ਅਮਰੀਕਾ ਨੂੰ ਸ਼ੋਭਾ ਦਿੰਦੇ ਨੇ। ਕਿ ਜੇ ਤੁਸੀਂ ਬਣ ਜਾਂਦੇ ਹੋ ਪ੍ਰੈਜ਼ੀਡੈਂਟ ਆਫ ਅਮਰੀਕਾ, ਗੋਡ ਨੋਸ, ਹੈ ਨਾ, ਪਬਲਿਕ ਨੂੰ ਪਤਾ ਹੈ ਕੀ ਹੋਣਾ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਗੋਡ ਤੇ ਪਬਲਿਕ ਹੀ ਹੁੰਦੀ ਹੈ। ਪਬਲਿਕ ਕੀ ਕਰਦੀ ਤਾਂ ਪਬਲਿਕ ਨੂੰ ਪਤਾ, ਨਵੰਬਰ 5 ਨੂੰ ਪਤਾ ਚੱਲੇਗਾ। ਦੇ ਰਿਜ਼ਲਟਸ ਦੇ ਵਿੱਚ ਜੇ ਤੁਸੀਂ ਬਣਦੇ ਤਾਂ ਤੁਸੀਂ ਇਹਨਾਂ ਵਿਚਾਰਾਂ ਦੇ ਨਾਲ ਚਲਾਓਗੇ ਅਮਰੀਕਾ ਨੂੰ, ਤੁਸੀਂ ਸਭ ਨੂੰ ਬਰਾਬਰ ਨਹੀਂ ਸਮਝਦੇ ਹੋ, ਇਨਸਾਨ ਤੇ ਇਨਸਾਨ ਦੇ ਵਿੱਚ ਫਰਕ ਸਮਝਦੇ ਹੋ। ਇੱਦਾਂ ਤੇ ਦੇਸ਼ ਨਹੀਂ ਨਾ ਚੱਲਦਾ। ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਤੁਸੀਂ ਅਮਰੀਕਾ ਨੂੰ ਦੇਸ਼ ਸਮਝਦੇ ਹੋ ਕਿ ਕੰਪਨੀ ਸਮਝਦੇ ਹੋ। ਇਟ ਇਜ਼ ਨਾਟ ਅ ਕੰਪਨੀ, ਇਟਸ ਅ ਨੇਸ਼ਨ। ਜਿਉਂਦੇ ਜਾਗਦੇ ਸਾਹ ਲੈਂਦੇ ਹੋਏ ਇਨਸਾਨਾਂ ਦਾ ਦੇਸ਼ ਹੈ। ਉਹਨੂੰ ਕਿੱਦਾਂ ਡੀਲ ਕਰੋਗੇ? ਦੈਟ ਇਜ਼ ਦਾ ਮੈਟਰ। ਸੋ ਇਹ ਸਭ ਗੱਲਾਂ ਹੁਣ ਕਾਫੀ ਜ਼ਿਆਦਾ ਪ੍ਰਮੋਟ ਕੀਤੀਆਂ ਜਾ ਰਹੀਆਂ ਨੇ। ਔਰ ਇੱਕ ਇਤਿਹਾਸ ਹੈ ਇਹ ਵੀ ਕਿ ਡੋਨਲਡ ਟਰੰਪ ਦੇ ਉੱਤੇ ਜਿੰਨੇ ਚਾਰਜਿਸ ਲੱਗੇ ਹੋਏ ਨੇ, ਉਹਨੇ ਚਾਰਜਿਸ ਸ਼ਾਇਦ ਅਮਰੀਕਾ ਦੀ ਹਿਸਟਰੀ ਦੇ ਵਿੱਚ ਕਿਸੇ ਵੀ ਪ੍ਰੈਜ਼ੀਡੈਂਟ ਦੇ ਉੱਤੇ ਨਹੀਂ ਲੱਗੇ ਹੋਣਗੇ। ਇੱਕ ਲਾਈਫ ਟਾਈਮ ਵਾਸਤੇ ਜੋ ਆਪਾਂ ਦੇਖਿਆ ਜਾਵੇ, ਹੀ ਇਜ਼ 78 ਈਅਰਸ ਓਲਡ, ਔਰ ਉਹਨਾਂ ਦੇ ਇਤਿਹਾਸ ਦੇ ਵਿੱਚ ਇਹ ਸਭ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਆਫ ਕੋਰਸ ਕਮਲਾ ਹੈਰਿਸ ਦਾ ਵੀ ਹਿਸਟਰੀ ਦਾ ਸਾਰਾ ਬਾਇਓਡਾਟਾ ਲੋਕ ਲੈ ਕੇ ਆਉਂਦੇ ਨੇ, ਬਟ ਗਲਤੀਆਂ ਹਰ ਇਨਸਾਨ ਕੋਲ ਹੁੰਦੀਆਂ ਨੇ। ਅਸੀਂ ਸਾਰੇ ਹੀ ਇਨਸਾਨ ਗਲਤੀਆਂ ਦਾ ਪੁਤਲਾ ਹੈ। ਟੂ ਅਰ ਇਜ਼ ਹਿਊਮਨ, ਅਸੀਂ ਸਾਰੇ ਜਾਣਦੇ ਹਾਂ ਹਰ ਇਨਸਾਨ ਗਲਤੀਆਂ ਦਾ ਪੁਤਲਾ ਹੈ ਤੇ ਸਭ ਕੋਲੋਂ ਗਲਤੀਆਂ ਹੁੰਦੀਆਂ ਨੇ। ਪਰ ਇੱਦਾਂ ਦੀਆਂ ਗਲਤੀਆਂ ਜੋ ਇਹ ਸਾਹਮਣੇ ਬੈਲੈਂਸ ਸ਼ੀਟ ਆਉਂਦੀ ਪਈ ਹੈ ਡੋਨਲਡ ਟਰੰਪ ਦੇ ਇਤਿਹਾਸਿਕ ਕੰਮਾਂ ਦੀ, ਉਹ ਨਿਰਾਲੀ ਹੈ। ਔਰ ਇਹ ਕਿਸੇ ਵੀ ਹੋਰ ਪ੍ਰੈਜ਼ੀਡੈਂਟ ਨਾਲ ਜਾਂ ਵੱਡੇ ਕਿਸੇ ਅਹੁਦੇ ਤੇ ਬੈਠੇ ਇਨਸਾਨ ਨਾਲ ਮੈਚ ਨਹੀਂ ਕਰਦੀ। ਇਹ ਬਹੁਤ ਜ਼ਿਆਦਾ
ਗਿਣਤੀ ਦੇ ਵਿੱਚ ਚਾਰਜਿਸ ਨੇ ਜਿਨ੍ਹਾਂ ਦਾ ਫੈਸਲਾ ਕੋਰਟ ਦੇ ਵਿੱਚ ਹੋਣਾ। ਇਹ ਗੱਲਾਂ ਵੀ ਡੋਨਲਡ ਟਰੰਪ ਦੇ ਅਗੇਂਸਟ ਜਾਂਦੀਆਂ ਨੇ। ਸੋ ਅਸੀਂ ਕੋਈ ਡੋਨਲਡ ਟਰੰਪ ਦੇ ਅਗੇਂਸਟ ਨਹੀਂ, ਅਸੀਂ ਕੋਈ ਕਮਲਾ ਹੈਰਿਸ ਦੇ ਫੇਵਰ ਦੇ ਵਿੱਚ ਨਹੀਂ, ਅਸੀਂ ਫੈਕਟਸ ਦੇ ਉੱਤੇ ਗੱਲ ਕਰਦੇ ਹਾਂ, ਜਿਹੜੇ ਫੈਕਟਸ ਸਾਹਮਣੇ ਆਉਂਦੇ ਨੇ। ਉਹ ਫੈਕਟਸ ਥਾਂ ਥਾਂ ਤੋਂ ਆਉਂਦੇ ਨੇ, ਡਿਫਰੈਂਟ ਨਿਊਜ਼ਪੇਪਰਸ, ਡਿਫਰੈਂਟ ਟੈਲੀਵਿਜ਼ਨ ਚੈਨਲਸ, ਡਿਫਰੈਂਟ ਬ੍ਰੌਡਕਾਸਟ, ਡਿਫਰੈਂਟ ਪੋਡਕਾਸਟ, ਡਿਫਰੈਂਟ ਸੋਰਸਿਸ। ਔਰ ਨਟ ਸ਼ੈਲ ਜੋ ਨਿਚੋੜ ਹੈ, ਜੋ ਕਰਕਸ ਹੈ, ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਫੈਕਟਸ ਦੇ ਉੱਤੇ। ਜਿਵੇਂ ਕੋਰਟ ਦੇ ਵਿੱਚ ਜੱਜ ਫੈਕਟਸ ਦੇ ਉੱਤੇ ਗੱਲ ਕਰਦੇ ਨੇ, ਨਥਿੰਗ ਪਰਸਨਲ, ਲਾਈਕਵਾਈਜ਼ ਨਥਿੰਗ ਪਰਸਨਲ, ਇਹ ਸਭ ਫੈਕਟਸ ਦੇ ਉੱਤੇ ਗੱਲ ਕਰਦੇ ਹਾਂ। ਔਰ ਨਿਸ਼ਾਨਾ ਇੱਕੋ ਹੀ ਹੈ ਕਿ ਅਮਰੀਕਾ ਨੂੰ ਇੱਕ ਖੂਬਸੂਰਤ ਪ੍ਰੈਜ਼ੀਡੈਂਟ ਮਿਲਣਾ ਚਾਹੀਦਾ, ਜੋ ਖੂਬਸੂਰਤ ਸੋਚ ਦਾ ਮਾਲਿਕ ਹੋਵੇ, ਖੂਬਸੂਰਤ ਦਿਲ ਦਾ ਮਾਲਿਕ ਹੋਵੇ। that person should be there ਵਾਈਟ ਹਾਊਸ ਦੇ ਵਿੱਚ। ਇੱਦਾਂ ਦਾ ਪਰਸਨ ਚਾਹੀਦਾ, ਤਾਂ ਹੀ ਉਹ ਦੇਸ਼ ਨੂੰ ਖੂਬਸੂਰਤ ਬਣਾ ਸਕਦਾ। ਸੋ ਇਹ ਸਾਰੇ ਉਪਰਾਲੇ, ਇਹ ਸਾਰੀਆਂ ਸੋਚਾਂ ਚੱਲਦੀਆਂ ਨੇ। ਨਾਓ ਇਕੋਨਮੀ ਦੀ ਗੱਲ ਕਰੋ ਤਾਂ ਇਕੋਨਮੀ ਦੀ ਗੱਲ ਦੇ ਉੱਤੇ ਫਿਰ ਉਹ ਗੱਲਾਂ ਆਉਂਦੀਆਂ ਨੇ ਕਿ ਕਮਲਾ ਹੈਰਿਸ ਦੀ ਆਪਣੀ ਸੋਚ ਹੈ, ਡੋਨਲਡ ਟਰੰਪ ਦੀ ਆਪਣੀ ਸੋਚ ਹੈ, ਔਰ ਆਪਣੀ ਆਪਣੀ ਸੋਚ ਦੇ ਮੁਤਾਬਿਕ ਉਹ ਅਮਰੀਕਾ ਦੀ ਇਕੋਨਮੀ ਨੂੰ ਰੀਸ਼ਫਲ ਕਰਨਾ ਚਾਹੁੰਦੇ ਨੇ, ਰੀਹਾਊਲ ਕਰਨਾ ਚਾਹੁੰਦੇ ਨੇ, ਜਾਂ ਵਾਟਐਵਰ ਜੋ ਵੀ ਕਰਨਾ ਚਾਹੁੰਦੇ ਨੇ, ਉਹ ਆਪਣੇ ਆਪਣੇ ਵਿਜ਼ਨਸ ਦੇ ਰਹੇ ਨੇ। ਔਰ ਐਕਸਪਰਟਸ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜਦੋਂ ਆਪਾਂ ਡੋਨਲਡ ਟਰੰਪ ਦਾ ਦੇਖਦੇ ਹਾਂ ਪੁਰਾਣਾ ਪੀਰੀਅਡ, ਤਾਂ ਉਹ ਲਾਸਟ ਟਾਈਮ ਦੇ ਵਿੱਚ ਕਰੋਨਾ ਵਾਇਰਸ ਉਸ ਦੀ ਪ੍ਰੋਬਲਮ ਹੋਈ ਸੀ। ਔਰ ਜਦੋਂ ਆਪਾਂ ਜੋ ਬਾਈਡਨ ਦਾ ਵੀ ਦੇਖਦੇ ਹਾਂ, ਇਹਦੇ ਵਿੱਚ ਇਕੋਨਮੀ ਸਲੋ ਡਾਊਨ, ਵਾਰਸ, ਇਹ ਸਭ ਵੀ ਆ ਜਾਂਦੀਆਂ ਨੇ, ਕਿਉਂਕਿ ਬਾਕੀ ਫੈਕਟਰਸ ਵੀ ਤਾਂ ਕੰਸੀਡਰ ਹੋਣਗੇ ਨਾ, ਔਰ ਨਾਲ ਹੌਰੀਕੇਨ, ਇਹ ਸਭ ਚੀਜ਼ਾਂ ਆਉਂਦੀਆਂ ਨੇ। ਸੋ ਇਹਦੇ ਵਿੱਚ ਜੇ ਆਪਾਂ ਮੋਟੀ ਗੱਲ ਸਮਝਣਾ ਚਾਹੀਏ ਤਾਂ ਡੋਨਲਡ ਟਰੰਪ ਦੀਆਂ ਜਿਹੜੀਆਂ ਸਟ੍ਰੈਟਜੀਜ਼ ਨੇ, ਜਿਹੜੀਆਂ ਪਲਾਨਸ ਨੇ ਡੀਲ ਕਰਨ ਦੀਆਂ ਇਕੋਨਮੀ ਨੂੰ, ਉਹ ਕਿਤੇ ਨਾ ਕਿਤੇ ਇੱਦਾਂ ਲੱਗਦਾ ਹੈ ਕਿ ਕਾਰਪੋਰੇਟ ਦੇ ਹੱਕ ਦੇ ਵਿੱਚ ਜ਼ਿਆਦਾ ਜਾਂਦੀਆਂ ਨੇ ਔਰ ਆਮ ਪਬਲਿਕ ਦੇ ਹੱਕ ਦੇ ਵਿੱਚ ਘੱਟ ਆਉਂਦੀਆਂ ਨੇ। ਇਸ ਕਰਕੇ ਮਹਿੰਗਾਈ ਘਟੇਗੀ ਨਹੀਂ, ਲੋਕਾਂ ਨੂੰ ਚੀਜ਼ਾਂ ਮਹਿੰਗੀਆਂ ਮਿਲਣਗੀਆਂ, ਜੋ ਜ਼ਰੂਰੀ ਚੀਜ਼ਾਂ ਰੋਜ਼ ਦੀ ਜ਼ਿੰਦਗੀ ਦੀਆਂ ਰਿਕੁਆਇਰਮੈਂਟਸ ਨੇ। ਔਰ ਕਾਰਪੋਰੇਟਸ ਦੇ ਟੈਕਸਿਸ ਮਾਫ ਹੋਣਗੇ, ਇਹ ਐਕਸਪਰਟਸ ਕਹਿੰਦੇ ਨੇ, ਕਿਉਂਕਿ ਕਾਰਪੋਰੇਟਸ ਉਹਨਾਂ ਨੂੰ ਸਪਾਂਸਰ ਕਰਦੇ ਨੇ, ਔਰ ਸਪਾਂਸਰ ਕਰਦੇ ਨੇ ਤਾਂ ਉਹਨਾਂ ਦਾ ਕੋਈ ਲਾਲਚ ਹੈ, ਔਰ ਉਸ ਲਾਲਚ ਨੂੰ ਪੂਰਾ ਕਰਨਾ ਹੈ ਡੋਨਲਡ ਟਰੰਪ ਨੇ, ਜੇ ਉਹ ਬਣਦੇ ਨੇ ਸੈਕੰਡ ਟਾਈਮ ਪ੍ਰੈਜ਼ੀਡੈਂਟ ਆਫ ਅਮਰੀਕਾ, ਕਿਉਂਕਿ ਸਪਾਂਸਰਸ਼ਿਪਸ ਮਿਲਦੀਆਂ ਪਈਆਂ ਨੇ ਬਿਗ ਬਿਜ਼ਨਸ ਹਾਊਸਿਸ ਤੋਂ। ਔਰ ਇਹ ਗੱਲ ਕਮਲਾ ਹੈਰਿਸ ਵੀ ਕਹਿੰਦੇ ਨੇ ਕਿ ਮੈਨੂੰ ਸਾਰੀ ਫੰਡਿੰਗ ਆਉਂਦੀ ਹੈ, ਜਿਹੜੀ ਮੇਰੀ ਫੰਡ ਰੇਜ਼ਿੰਗ ਮੇਰੀ ਟੀਮ ਕਰਦੀ ਹੈ, ਉਹ ਆਮ ਪਬਲਿਕ ਤੋਂ ਮਿਲਦੀ ਆ, ਤੁਹਾਨੂੰ ਮਿਲਦੀ ਆ ਬਿਗ ਸ਼ਾਟਸ ਕੋਲੋਂ, ਬਿਗ ਪਰਸਨੈਲਿਟੀਜ਼, ਉਹ ਵੱਡੇ ਲੋਕ, ਵੱਡੀਆਂ ਗੱਲਾਂ, ਉਹ ਵਾਲੇ ਲੋਕਾਂ ਤੋਂ ਮਿਲਦੀ ਆ। ਔਰ ਐਲਨ ਮਸਕ ਦੀ ਜਦੋਂ ਗੱਲ ਆਉਂਦੀ ਆ ਤਾਂ ਉਹ ਬੜੀ ਸਪੋਰਟ ਵੀ ਕਰਦੇ ਨੇ, ਵੋਟਰਸ ਨੂੰ ਵੀ ਲੈ ਕੇ ਆਉਂਦੇ ਨੇ, ਫਾਈਨੈਂਸ਼ਲੀ ਵੀ ਸਪੋਰਟ ਕਰਦੇ ਨੇ। ਤਾਂ ਉੱਥੇ ਹੁਣ ਇਸ ਵੇਲੇ ਕਈ ਲੀਗਲ ਕੁਐਸਚਨਸ ਖੜੇ ਹੋਣੇ ਸ਼ੁਰੂ ਹੋ ਗਏ ਨੇ ਐਲਨ ਮਸਕ ਦੀ ਸਪੋਰਟ ਦੇ ਉੱਤੇ, ਜੋ ਉਹ ਡੋਨਲਡ ਟਰੰਪ ਤੇ ਉਹਨਾਂ ਦੇ ਕੈਂਪ ਨੂੰ ਦੇ ਰਹੇ ਨੇ। ਕਈ ਲੀਗਲ ਕੁਐਸਚਨਸ ਖੜੇ ਹੋਣੇ ਸ਼ੁਰੂ ਹੋ ਗਏ ਨੇ। ਹੋ ਸਕਦਾ ਹੈ ਕੋਰਟ ਦੇ ਵਿੱਚ ਕੋਈ ਪਟੀਸ਼ਨ ਵੀ ਦਾਇਰ ਕਰ ਦਿੱਤੀ ਜਾਵੇ ਇਹਨਾਂ ਸਾਰੇ ਸਪੋਰਟ ਦੇ ਉੱਤੇ। ਇਟ ਕੈਨ ਹੈਪਨ, ਕਿਉਂਕਿ ਓਪੋਜੀਸ਼ਨ ਦੇ ਵਿੱਚ ਜਿਹੜੇ ਬੈਠੇ ਨੇ ਉਹ ਚੁੱਪ ਥੋੜ੍ਹਾ ਬੈਠਦੇ ਨੇ, ਉਹਨਾਂ ਨੂੰ ਤਾਂ ਇੱਕ ਮੌਕਾ ਚਾਹੀਦਾ, ਇੱਕ ਪੁਆਇੰਟ ਚਾਹੀਦਾ ਹੈ, ਬਸ ਬਲੋ ਦਿਸ ਇਸ਼ੂ, ਦੈਟ ਇਜ਼ ਆਲ। ਔਰ ਐਸਾ ਬਲੋ ਕਰਦੇ ਨੇ ਕਿ ਸਭ ਕੁਝ ਹੀ ਬਲੋ ਹੋ ਜਾਂਦਾ। ਹੁਣ ਇੱਥੇ ਵੀ ਕੁਝ ਬਲੋ ਹੋ ਸਕਦਾ ਹੈ ਕਿ ਐਲਨ ਮਸਕ ਜੋ ਸਪੋਰਟ ਦੇ ਰਹੇ ਨੇ ਡੋਨਲਡ ਟਰੰਪ ਨੂੰ, ਉਹਦੇ ਖਿਲਾਫ ਲੀਗਲ ਗੱਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ, ਲੀਗਲ ਪੁਆਇੰਟਸ ਉੱਠਣੇ ਸ਼ੁਰੂ ਹੋ ਗਏ ਨੇ, ਲੀਗਲ ਕੁਐਸਚਨਸ ਉੱਠਣੇ ਸ਼ੁਰੂ ਹੋ ਗਏ ਨੇ। ਹੋ ਸਕਦਾ ਹੈ ਕੁਝ ਦਿਨਾਂ ਵਿੱਚ ਜਾਂ ਸ਼ਾਇਦ ਅੱਜ ਕੱਲ੍ਹ 'ਚ ਕੋਈ ਤੁਸੀਂ ਨਵਾਂ ਕੇਸ ਦੇਖ ਲਵੋ ਇਸ ਸਪੋਰਟ ਦੇ ਉੱਤੇ ਅਟੈਕ ਮਾਰਨ ਵਾਸਤੇ ਓਪੋਨੈਂਟਸ ਵੱਲੋਂ, ਵਿਰੋਧੀਆਂ ਵੱਲੋਂ। ਸੋ ਡੈਮੋਕ੍ਰੇਸੀ ਦੀ ਪਰਿਭਾਸ਼ਾ, ਡੋਨਲਡ ਟਰੰਪ ਜਿੱਦਾਂ ਥ੍ਰੈਟ ਕਰਦੇ ਨੇ ਆਫੀਸ਼ੀਅਲਸ ਨੂੰ, ਥ੍ਰੈਟ ਕਰਦੇ ਨੇ ਬਿਊਰੋਕਰੇਟਸ ਨੂੰ, ਔਰ ਐਨਮੀ ਵਿਦ ਇਨ ਉਹਨਾਂ ਨੂੰ ਥ੍ਰੈਟ ਕਰਦੇ ਨੇ, ਤਾਂ ਇਹ ਵੀ ਡੈਮੋਕ੍ਰੇਸੀ ਦੀ ਪਰਿਭਾਸ਼ਾ ਨਹੀਂ ਹੈ, ਕਿਉਂਕਿ ਕੌਨਸਟੀਟਿਊਸ਼ਨ ਆਫ ਅਮਰੀਕਾ ਇਹਦੀ ਇਜਾਜ਼ਤ ਨਹੀਂ ਦਿੰਦਾ। ਸੋ ਇਹ ਸਭ ਗੱਲਾਂ ਜਦੋਂ ਇਕੱਠੀਆਂ ਉੱਠਦੀਆਂ ਨੇ ਤਾਂ ਬੜੀ ਡਾਰਕ ਸਾਈਡ ਸਾਹਮਣੇ ਆ ਰਹੀ ਹੈ। ਕੋਰਟ ਕੇਸਿਸ ਔਰ ਇਹ ਸਭ ਗੱਲਾਂ, ਔਰ ਕਮਲਾ ਹੈਰਿਸ ਇਸ ਨੂੰ ਇੱਦਾਂ
ਉਛਾਲ ਰਹੇ ਨੇ ਕਿ ਜਿੱਦਾਂ ਇਸ ਨੂੰ ਇਸਤੇਮਾਲ ਕਰਨਾ ਹੈ ਜਿੱਤਣ ਵਾਸਤੇ। ਲਾਈਕਵਾਈਜ਼ ਹੁਣ ਇਹਦੇ ਵਿੱਚ ਇਹ ਇਸ਼ੂ ਆਉਂਦਾ ਕਿ ਅਮਰੀਕਾ ਦੀ ਭਲਾਈ ਇਹਨਾਂ ਗੱਲਾਂ 'ਚ ਹੈ ਕਿ ਨਹੀਂ ਹੈ, ਅਮਰੀਕਾ ਦੇ ਕਲਚਰ ਦੀ, ਅਮਰੀਕਾ ਦੀ ਸੋਸਾਇਟੀ ਦੀ, ਅਮਰੀਕਾ ਦੇ ਫਿਊਚਰ ਦੀ, ਅਮਰੀਕਾ ਦੀ ਸੋਚਣ ਦੇ ਤਰੀਕੇ ਦੀ। ਕਿਉਂਕਿ ਸੋਚਣਾ ਵੀ ਤਾਂ ਇੱਕ ਕਲਾ ਹੈ ਨਾ, ਹਾਊ ਟੂ ਥਿੰਕ। ਹਰ ਇੱਕ ਬੰਦੇ ਨੂੰ ਸੋਚਣਾ ਨਹੀਂ ਆਉਂਦਾ, ਪਤਾ ਨਹੀਂ ਕੀ ਸੋਚੀ ਜਾਣਦੇ। ਸੋਚਣਾ ਵੀ ਇੱਕ ਕਲਾ ਹੈ ਜੋ ਤੁਹਾਡਾ ਵੀ ਭਲਾ ਕਰੇ ਤੇ ਤੁਹਾਡੇ ਨਾਲ ਜੁੜਨ ਵਾਲਿਆਂ ਦਾ ਵੀ ਭਲਾ ਕਰੇ। ਸੋਚਣਾ ਵੀ ਇੱਕ ਕਲਾ ਹੈ, ਔਰ ਇਹ ਕਲਾ ਕਿਹਨੂੰ ਕਿਹਨੂੰ ਆਉਂਦੀ ਹੈ ਤੇ ਕਿਹਨੂੰ ਕਿਹਨੂੰ ਨਹੀਂ ਆਉਂਦੀ ਹੈ ਤੇ ਅਸੀਂ ਆਪਣੇ ਆਪ ਨੂੰ ਦੇਖਣਾ ਹੁੰਦਾ ਹੈ। ਪਰ ਇਸ ਵਕਤ ਸਾਡੇ ਸਾਹਮਣੇ ਦੋ ਜਣੇ ਨੇ, ਕਮਲਾ ਹੈਰਿਸ ਤੇ ਡੋਨਲਡ ਟਰੰਪ। ਕਿਹਨੂੰ ਇਹ ਕਲਾ ਆਉਂਦੀ ਸੋਚਣ ਦੀ, ਇਹ ਤੁਸੀਂ ਦੇਖਣਾ ਹੈ ਜਦੋਂ ਨਵੰਬਰ 5 ਨੂੰ ਤੁਸੀਂ ਵੋਟ ਪਾਉਣੀ ਹੈ। ਜਿਹੜਾ ਸੋਚਣ ਦੀ ਕਲਾ ਵਧੀਆ ਲੈ ਕੇ ਚੱਲਦਾ ਹੈ ਤਾਂ ਫਿਰ ਉਹ ਵਧੀਆ ਗੱਲਾਂ ਹੀ ਕਰੇਗਾ, ਤਾਂ ਕਿ ਉਹਦੇ ਦੇਸ਼ ਦੇ ਲੋਕ ਵੀ ਵਧੀਆ ਸੋਚ ਦੇ ਲੋਕ ਹੋਣ। ਕਿਉਂਕਿ ਸੋਚ ਦੇ ਸਿਰ ਦੇ ਉੱਤੇ ਹੀ ਤਾਂ ਸਭ ਕੁਝ ਟਿਕਿਆ ਹੋਇਆ। ਜੇ ਸੋਚ ਹੀ ਮਾੜੀ ਹੈ ਤੇ ਕੰਮ ਕਿੱਥੋਂ ਚੰਗੇ ਹੋ ਜਾਣੇ ਨੇ? ਸੋਚ ਸਮਝ ਕੇ ਕੰਮ ਕਰਨੇ ਹੁੰਦੇ ਨੇ। ਜੇ ਸੋਚ ਚੰਗੀ ਹੈ ਤਾਂ ਕੰਮ ਚੰਗੇ ਹੋਣਗੇ, ਜੇ ਸੋਚ ਹੀ ਮਾੜੀ ਹੈ ਤੇ ਕੰਮ ਤਾਂ ਆਪੇ ਹੀ ਨਕੰਮੇ ਹੋਣੇ ਨੇ, ਫਿਰ ਕੰਮ ਤਾਂ ਆਪੇ ਮਾੜੇ ਹੋਣੇ ਨੇ। ਤਾਂ ਹਾਊ ਟੂ ਥਿੰਕ ਇੱਕ ਬਹੁਤ ਵੱਡਾ ਸਵਾਲ ਹੈ। ਤਾਂ ਇਹ ਜਿਹੜੇ ਇਸ਼ੂਜ਼ ਕਮਲਾ ਹੈਰਿਸ ਵੱਲੋਂ ਇੱਦਾਂ ਉਛਾਲੇ ਜਾ ਰਹੇ ਨੇ ਕਿ ਇਹਦਾ ਕੋਈ ਨੈਗੇਟਿਵ ਇੰਪੈਕਟ ਤਾਂ ਨਹੀਂ ਪਾਏਗਾ ਸਾਡੀ ਸੋਚ ਦੇ ਉੱਤੇ, ਆਉਣ ਵਾਲੀ ਜਨਰੇਸ਼ਨ ਦੀ ਸੋਚ ਦੇ ਉੱਤੇ? ਇਹ ਵੀ ਇੱਕ ਇਸ਼ੂ ਬਣ ਜਾਂਦਾ। ਇਹ ਸੋਸਾਇਟੀ ਦੇ ਐਂਗਲ ਤੋਂ ਦੇਖਣਾ ਪੈਂਦਾ। ਡੋਨਲਡ ਟਰੰਪ ਜਿੱਦਾਂ ਦੀਆਂ ਗੱਲਾਂ ਕਰਦੇ ਨੇ ਉਹਦਾ ਕੀ ਅਸਰ ਪਏਗਾ ਲੋਕਾਂ ਦੀ ਸੋਚ ਦੇ ਉੱਤੇ, ਆਉਣ ਵਾਲੇ ਭਵਿੱਖ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਉੱਤੇ, ਉਹਨਾਂ ਦੇ ਮਨਾਂ ਦੇ ਉੱਤੇ, ਆਉਣ ਵਾਲੀ ਜਨਰੇਸ਼ਨ ਦੀ ਸੋਚ ਦੇ ਉੱਤੇ ਕੀ ਅਸਰ ਪਏਗਾ? ਇਹ ਚੀਜ਼ਾਂ ਸੋਚਣ ਵਾਲੀਆਂ ਨੇ, ਕਿਉਂਕਿ ਜਿੱਦਾਂ ਦੀ ਸੋਚ ਉੱਦਾਂ ਦਾ ਦੇਸ਼। ਦੇਸ਼ ਕੀ ਹੈ? ਇੱਕ ਸੋਚ ਹੈ, ਹੋਰ ਤਾਂ ਦੇਸ਼ ਕੁਝ ਨਹੀਂ ਹੁੰਦਾ। ਬਾਕੀ ਤਾਂ ਲੈਂਡ ਹੈ, ਲੋਕ ਹੈ, ਲੇਕਿਨ ਉਹਦੇ 'ਚ ਮੈਟਰ ਕੀ ਕਰੇਗਾ? ਸੋਚ। ਸੋਚ ਹੀ ਬਣਾਏਗੀ ਸੰਵਿਧਾਨ ਨੂੰ, ਕੌਨਸਟੀਟਿਊਸ਼ਨ ਨੂੰ, ਕਿਉਂਕਿ ਸੰਵਿਧਾਨ ਦੇ ਪਿੱਛੇ ਇੱਕ ਸੋਚ ਹੈ। ਤਾਂ ਨੇਸ਼ਨ ਸੋਚ ਹੈ, ਤਾਂ ਇਹ ਸੋਚ ਕਿੱਦਾਂ ਦੀ ਹੋਣੀ ਚਾਹੀਦੀ ਹੈ, ਇਹ ਮੈਟਰ ਕਰਦਾ ਹੈ। ਇਹ ਦੇਖਣਾ ਹੈ ਅਮਰੀਕਨਸ ਨੇ। ਕਮਲਾ ਹੈਰਿਸ ਦੀ ਸੋਚ, ਡੋਨਲਡ ਟਰੰਪ ਦੀ ਸੋਚ, ਬਾਕੀ ਜੋ ਗ੍ਰੇਟ ਬਿਗ ਸ਼ਾਟਸ ਨੇ, ਵੱਡੇ ਵੱਡੇ ਲੋਕ ਨੇ, ਉਹਨਾਂ ਦੀ ਸੋਚ, ਇਹ ਵੱਡੇ ਲੋਕ ਤੇ ਵੱਡੀਆਂ ਗੱਲਾਂ, ਇਹਨਾਂ ਦੀ ਸੋਚ, ਇਹ ਸਾਰੀ ਸੋਚ ਅਮਰੀਕਨਸ ਨੇ ਦੇਖਣੀ ਹੈ ਕਿ ਕਿਹੜੀ ਉਹਨਾਂ ਨੂੰ ਸੂਟ ਕਰਦੀ ਹੈ, ਕਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਸੂਟ ਕਰਦੀ ਹੈ। ਸੋ ਇਹ ਤਮਾਮ ਗੱਲਾਂ ਨੇ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਕਿ ਐਵੇਂ ਬਸ ਚਲੋ ਜੀ ਵੋਟ ਪਾਈਏ। ਨੋ ਨੋ ਨੋ। ਡੈਮੋਕ੍ਰੇਸੀ ਦਾ ਮਤਲਬ ਸਿਰਫ ਵੋਟ ਪਾਉਣਾ ਨਹੀਂ ਹੈ, ਉਹਦਾ ਇੱਕ ਸਟੈਪ ਹੈ। ਤੁਸੀਂ ਚੁਣ ਲਿਆ ਲੀਡਰ। ਅਸਲੀ ਗੇਮ ਤੇ ਉਦੋਂ ਸ਼ੁਰੂ ਹੁੰਦੀ ਜਦੋਂ ਲੀਡਰ ਕੁਰਸੀ ਤੇ ਆ ਕੇ ਬਹਿ ਜਾਂਦਾ। ਹੁਣ ਉਹ ਡੈਮੋਕ੍ਰੇਸੀ ਐਕਸਰਸਾਈਜ਼ ਹੁੰਦੀ ਹੈ ਕਿ ਨਹੀਂ ਹੁੰਦੀ? ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂ ਕਿ ਜਿਹਨੂੰ ਚੁਣ ਲਿਆ ਬਸ ਸਾਰੇ ਕੰਮ ਉਹਦੇ। ਨੋ, ਸਾਰੇ ਨਾਗਰਿਕ, ਸਾਰੇ ਅਮਰੀਕਨਸ ਮਿਲ ਕੇ ਉਹਨੂੰ ਸਪੋਰਟ ਕਰਨ। ਜਿੱਥੇ ਉਹ ਗਲਤ ਹੈ ਉਹਨੂੰ ਕਹਿਣ ਗਲਤ ਹੈ, ਜਿੱਥੇ ਉਹ ਸਹੀ ਹੈ ਉਹਨੂੰ ਸਪੋਰਟ ਕਰਨ। ਸਭ ਦਾ ਮਿਲ ਕੇ ਕੰਮ ਚੱਲੇਗਾ। ਫॉर द ਪੀਪਲ, ਆਫ ਦ ਪੀਪਲ, ਬਾਏ ਦ ਪੀਪਲ, ਐਵੇਂ ਥੋੜਾ ਕਿਹਾ ਜਾਂਦਾ। ਤੇ ਲੋਕਾਂ ਦਾ ਕੰਮ ਹੈ ਸਰਕਾਰ ਚਲਾਉਣਾ, ਲੋਕਾਂ ਦਾ ਤੰਤਰ ਹੈ, ਲੋਕਤੰਤਰ ਹੈ। ਸੋ ਇਹ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ ਕਿ ਡੈਮੋਕ੍ਰੇਸੀ ਦਾ ਮਤਲਬ ਸਿਰਫ ਇਹ ਨਹੀਂ ਕਿ ਵੋਟ ਪਾ ਕੇ ਵਿਹਲੇ ਹੋ ਕੇ ਘਰ ਬਹਿ ਗਏ, ਚਲੋ ਜੀ ਫਿਰ ਆਪਣਾ ਆਪਣਾ ਕੰਮ ਕਰੋ, ਆਪਣਾ ਆਪਣਾ ਬਿਜ਼ਨਸ ਕਰੋ। ਨੋ, ਵੋਟ ਪਾਉਣ ਤੋਂ ਬਾਅਦ ਵਿਹਲੇ ਨਹੀਂ ਹੋਏ, ਕੰਮ ਮਿਲ ਗਿਆ। ਤੁਹਾਡਾ ਬਿਜ਼ਨਸ, ਤੁਹਾਡਾ ਸਾਰਾ ਕੰਮਕਾਰ ਉਹ ਹੋਣਾ ਚਾਹੀਦਾ ਹੈ ਜੋ ਤੁਹਾਡੀ ਕੰਟਰੀ ਨੂੰ ਗ੍ਰੇਟ ਬਣਾਉਂਦਾ। ਉਹਦੇ ਵੱਲ ਸਾਰੇ ਬਿਜ਼ਨਸ, ਉਹਦੇ ਵੱਲ ਸਾਰੀ ਸੋਚ, ਉਹਦੇ ਵੱਲ ਸਾਰੇ ਕੰਮ ਧੰਦੇ, ਉਹਦੇ ਵੱਲ ਹਰ ਐਕਟੀਵਿਟੀ ਉਹਦੇ ਵੱਲ ਜੋ ਤੁਹਾਡੇ ਨੇਸ਼ਨ ਨੂੰ ਗ੍ਰੇਟ ਬਣਾਵੇ। ਕਿਉਂਕਿ ਨੇਸ਼ਨ ਬਚਿਆ ਹੋਇਆ ਤਾਂ ਹੀ ਤਾਂ ਤੁਸੀਂ ਬਚੇ ਹੋਏ ਹੋ। ਨੇਸ਼ਨ ਸਰਵਾਈਵ ਕਰਦਾ ਤਾਂ ਹੀ ਤੁਸੀਂ ਸਰਵਾਈਵ ਕਰਦੇ ਹੋ। ਸੋ ਅਮਰੀਕਾ ਇਜ਼ ਇੰਪੋਰਟੈਂਟ। ਸੋ ਇਹ ਸਭ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਸਾਰੀ ਦੀ ਸਾਰੀ ਜ਼ਿੰਮੇਵਾਰੀ ਬਣਦੀ ਹੈ ਅਮਰੀਕਨਸ ਦੀ। ਫਿਊਚਰ ਤੁਹਾਡੇ ਆਪਣੇ ਹੱਥ ਹੈ। ਨਾਓ ਹੁਣ ਗੱਲ ਕਰਦੇ ਹਾਂ ਉਹਨਾਂ ਵੋਟਰਸ ਦੀ। ਸਵਿੰਗ ਸਟੇਟਸ ਨੇ ਜੀ, ਉਹਦੇ ਵਾਸਤੇ ਐਗਜ਼ਿਟ ਪੋਲ ਆਉਂਦੇ ਨੇ ਜੀ। ਠੀਕ ਹੈ, ਕਰੀ ਜਾਓ, ਨਵੰਬਰ 5 ਤੱਕ ਕਰੀ ਜਾਓ। ਇਹ ਕੰਮ ਵੀ ਕਰਨਾ ਚਾਹੀਦਾ ਨਾਲ। ਸਵਿੰਗ ਸਟੇਟਸ ਕੀ ਕਹਿੰਦੀਆਂ ਨੇ, ਅਨਡਿਸਾਈਡਡ ਵੋਟਰਸ ਕੀ ਕਹਿੰਦੇ ਨੇ। ਠੀਕ ਹੈ, ਅੰਕੜੇ ਆਈ ਜਾ ਰਹੇ ਨੇ, ਦੇਖੀ ਜਾਓ, ਪੜ੍ਹੀ ਜਾਓ। ਮੇਨ ਥਿੰਗ ਇਜ਼ ਦਿਸ, ਗੱਲ ਉੱਥੇ ਹੀ ਆਉਂਦੀ ਆ ਕਿ ਜਿਹੜੇ ਆਪਾਂ ਕਹਿੰਦੇ ਆ ਨਾ ਅਨਡਿਸਾਈਡਡ ਵੋਟਰਸ, ਇਹ ਕਿਤੇ ਇਹ ਨਹੀਂ ਹੈਗਾ ਕਿ ਇਹ ਇਹਨਾਂ ਦੇ ਦਿਮਾਗ ਦੇ ਵਿੱਚ ਕੋਈ ਗੱਲ ਨਹੀਂ ਹੈਗੀ। ਇਹ ਡਿਸਾਈਡਡ ਨੇ। ਇਹ ਇੱਕ ਗੱਲ ਬਣੀ ਹੋਈ ਆ ਅਨਡਿਸਾਈਡਡ ਵੋਟਰਸ। ਤੁਹਾਨੂੰ ਕਿੱਦਾਂ ਪਤਾ ਕੋਈ ਅਨਡਿਸਾਈਡਡ ਹੈ ਕਿ ਡਿਸਾਈਡਡ ਹੈ? ਤੁਸੀਂ ਉਹਦੇ ਢਿੱਡ 'ਚ ਵੜੇ ਹੋਏ ਹੋ, ਉਹਦੇ ਅੰਦਰੋਂ ਸਕੈਨ ਕਰਕੇ ਸਾਰਾ ਕੱਢ ਲਿਆ। ਤੁਹਾਡੀਆਂ ਅੱਖਾਂ 'ਚ ਐਕਸਰੇ ਫਿੱਟ ਨੇ ਕਿ ਤੁਸੀਂ ਇੱਦਾਂ ਕਰਦੇ ਹੋ ਤਾਂ ਸਾਰੀ ਉਹਦੀ ਸਕੈਨ ਤੁਹਾਡੇ ਅੰਦਰ ਆ ਜਾਂਦੀ ਪਈ, ਕਿਹਦੇ ਅੰਦਰ ਕੀ ਚੱਲਦਾ ਪਿਆ, ਕੀ ਨਹੀਂ ਚੱਲਦਾ ਪਿਆ। ਨੋ, ਇਹ ਤੁਹਾਡੇ ਆਪਣੇ ਅਸੈਸਮੈਂਟਸ ਨੇ, ਆਪਣੀਆਂ ਅੰਦਾਜ਼ੇ ਨੇ ਤੁਹਾਡੇ। ਇਹ ਜੀ ਅਨਡਿਸਾਈਡਡ ਵੋਟਰ ਹੈ, ਇਹ ਡਿਸਾਈਡਡ ਵੋਟਰ ਹੈ। ਦੇਖਿਆ ਜਾਵੇ ਤਾਂ ਕੋਈ ਵੀ ਡਿਸਾਈਡਡ ਨਹੀਂ ਹੈਗਾ ਤੇ ਕੋਈ ਵੀ ਅਨਡਿਸਾਈਡਡ ਨਹੀਂ ਹੈਗਾ।
ਇਹ ਸਾਰੀਆਂ ਚੇਂਜਿਸ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ, ਵਿਚਾਰ ਚੱਲਦੇ ਰਹਿੰਦੇ ਨੇ। ਅੱਜ ਤੁਸੀਂ ਕਮਲਾ ਹੈਰਿਸ ਨੂੰ ਪਸੰਦ ਕਰਦੇ ਹੋ, ਕੱਲ੍ਹ ਡੋਨਲਡ ਟਰੰਪ ਨੂੰ ਪਸੰਦ ਕਰਦੇ ਹੋ, ਫਿਰ ਪਰਸੋਂ ਫਿਰ ਕਮਲਾ ਹੈਰਿਸ ਨੂੰ ਪਸੰਦ ਕਰਦੇ ਹੋ। ਸਵੇਰੇ ਕਮਲਾ ਹੈਰਿਸ ਨੂੰ ਪਸੰਦ ਕਰਦੇ ਹੋ, ਸ਼ਾਮ ਨੂੰ ਡੋਨਲਡ ਟਰੰਪ ਨੂੰ ਪਸੰਦ ਕਰਦੇ ਹੋ, ਸਵੇਰੇ ਉੱਠਦੇ ਫਿਰ ਕਮਲਾ ਹੈਰਿਸ ਨੂੰ ਪਸੰਦ ਕਰਦੇ ਹੋ। ਇਹ ਤਾਂ ਵਿਜ਼ਨਸ ਨੇ, ਚੇਂਜ ਹੁੰਦੇ ਰਹਿੰਦੇ ਨੇ, ਫਿਕਸ ਕੁਛ ਨਹੀਂ। ਸਾਰੇ ਹੀ ਡਿਸਾਈਡਡ ਨੇ, ਸਾਰੇ ਹੀ ਅਨਡਿਸਾਈਡਡ ਨੇ। ਹੁਣ ਇਹ ਤਾਂ ਪਤਾ ਲੱਗੂਗਾ ਨਵੰਬਰ 6 ਨੂੰ, ਜਦੋਂ ਰਿਜ਼ਲਟ ਸਾਰੇ ਆ ਜਾਣੇ ਨੇ, ਹੈ ਨਾ। 5 ਨੂੰ ਤਾਂ ਇਲੈਕਸ਼ਨਸ ਹੋਣੀਆਂ ਨੇ, ਸ਼ਾਮ ਤੱਕ ਹੀ ਆਉਣਾ ਸ਼ੁਰੂ ਹੋ ਜਾਊਗਾ, ਪਤਾ ਲੱਗਣਾ ਸ਼ੁਰੂ ਹੋ ਜਾਊਗਾ। ਔਰ ਬਹਿ ਜਾਣਗੇ ਟੀਵੀ ਚੈਨਲਸ ਦੇ ਉੱਤੇ ਸਾਰੇ ਜਾਣੇ ਡਿਬੇਟ ਕਰਨ ਵਾਸਤੇ, ਕੀ ਲੱਗਦਾ ਕੀ ਲੱਗਦਾ, ਉੱਧਰੋਂ ਇੰਨੀਆਂ ਵੋਟਾਂ ਪੈ ਰਹੀਆਂ, ਉੱਧਰੋਂ ਇੰਨੀਆਂ ਵੋਟਾਂ ਪੈ ਰਹੀਆਂ, ਫਲਾਨੀ ਸਟੇਟ ਇਹ ਕਰ ਰਹੀ, ਫਲਾਨੀ ਸਟੇਟ ਇਹ ਕਰ ਰਹੀ ਹੈ। ਹਜੇ ਤੇ ਕਈ ਥਾਂ ਦੇ ਉੱਤੇ ਵੋਟਾਂ ਪੈ ਵੀ ਰਹੀਆਂ ਨੇ, ਉਹਦੇ ਬਾਰੇ ਵੀ ਆંકੜੇ ਆ ਰਹੇ ਨੇ। ਯੈਸ, ਸਵਿੰਗ ਸਟੇਟਸ, ਇਹ ਸਟੇਟਸ, ਉਹ ਸਟੇਟਸ। ਇਹ ਤਮਾਸ਼ਾ ਤੇ ਚੱਲਣਾ ਹੀ ਚੱਲਣਾ। ਇਹੀ ਤਾਂ ਟਾਈਮ ਹੈ ਇਲੈਕਸ਼ਨਸ ਤੋਂ ਪਹਿਲਾਂ, ਕਿਉਂਕਿ ਚੈਨਲਸ ਨੇ ਵੀ ਕੰਮ ਕਰਨਾ ਹੈ, ਚੈਨਲਸ ਨੇ ਵੀ ਪੈਸਾ ਕਮਾਉਣਾ ਹੈ। ਦ ਬਾਟਮ ਲਾਈਨ ਇਜ਼ ਪ੍ਰੋਫਿਟ। ਉਹ ਵੀ ਕਾਰਪੋਰੇਟਸ ਨੇ, ਉਹ ਵੀ ਕੰਪਨੀਜ਼ ਨੇ। ਬਟ ਅਮਰੀਕਾ ਇਜ਼ ਨਾਟ ਅ ਕੰਪਨੀ, ਅਮਰੀਕਾ ਇਜ਼ ਨਾਟ ਅ ਕਾਰਪੋਰੇਸ਼ਨ। ਅਮਰੀਕਾ ਇੱਕ ਦੇਸ਼ ਹੈ, ਜਿਉਂਦਾ ਜਾਗਦਾ ਸਾਹ ਲੈਂਦਾ। ਤਾਂ ਇਹਦਾ ਭਲਾ ਕਿਹਦੇ 'ਚ ਆ, ਇਹ ਚੀਜ਼ ਦੇਖਣੀ ਆ। ਕੋਈ ਵੀ ਬਿਜ਼ਨਸ ਹੈ, ਕੋਈ ਵੀ ਕੰਮ ਧੰਦਾ ਹੈ, ਉਹਦੀ ਬਾਟਮ ਲਾਈਨ ਇੱਕੋ ਹੀ ਹੈ, ਹਿਊਮਨ ਵੈਲ ਬੀਇੰਗ, ਦੈਟਸ ਆਲ। ਜੇ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਤੇ ਤੁਸੀਂ ਇੱਕ ਟਰਸਟੀ ਹੋ ਉਸ ਪੈਸੇ ਦੇ। ਕੁਦਰਤ ਨੇ ਤੁਹਾਨੂੰ ਉਸ ਪੈਸੇ ਦਾ ਟਰਸਟੀ ਬਣਾਇਆ, ਪਰ ਉਸ ਪੈਸੇ ਦਾ ਇਸਤੇਮਾਲ ਕਿੱਥੇ ਹੋਣਾ ਚਾਹੀਦਾ ਹੈ, ਹਿਊਮਨ ਵੈਲ ਬੀਇੰਗ ਵਾਸਤੇ। ਆਪਣੀ ਲੋੜ ਦੇ ਮੁਤਾਬਿਕ ਤੁਸੀਂ ਉਹ ਆਪਣੇ ਉੱਤੇ ਖਰਚ ਕਰਨਾ ਹੈ, ਔਰ ਜੋ ਤੁਹਾਡੇ ਕੋਲ ਬਾਕੀ ਦਾ ਬਚਿਆ ਹੋਇਆ ਹੈ, ਉਹ ਤੁਹਾਡੇ ਦੇਸ਼ ਦਾ ਹੈ, ਉਹ ਤੁਹਾਡੇ ਦੇਸ਼ ਦੇ ਲੋਕਾਂ ਦਾ ਹੈ। ਉਹਨੂੰ ਕਿੱਦਾਂ ਤੁਸੀਂ ਖਰਚ ਕਰਨਾ ਹੈ ਉਹਨਾਂ ਦੀ ਵੈਲ ਬੀਇੰਗ ਵਾਸਤੇ, ਦੈਟ ਇਜ਼ ਕੌਨਸਟੀਟਿਊਸ਼ਨ ਆਫ ਅਮਰੀਕਾ। ਇਸ ਸੋਚ ਦੇ ਉੱਤੇ ਅਮਰੀਕਾ ਦੇ ਸੰਵਿਧਾਨ ਦੀ ਰਚਨਾ ਹੋਈ ਹੈ। ਸੋਚ ਹੀ ਸਭ ਕੁਝ ਹੈ। ਸੋ ਸੋਚ ਦੇ ਉੱਤੇ ਹੀ ਸਭ ਕੁਝ ਹੈ। ਸਾਡੀ ਪਰਸਨਲ ਲਾਈਫ ਵੀ, ਸਾਡੀ ਪ੍ਰੋਫੈਸ਼ਨਲ ਲਾਈਫ ਵੀ, ਸਾਡੀ ਸੋਸ਼ਲ ਲਾਈਫ ਵੀ। ਅਸੀਂ ਆਪਣੀ ਸੋਚ ਦਾ ਜਿਉਂਦਾ ਜਾਗਦਾ ਸਬੂਤ ਹੈਗੇ ਹਾਂ। ਸਿਰ ਤੋਂ ਪੈਰ ਤੱਕ ਸਾਡੀ ਸੋਚ ਹੀ ਹੈ। ਅਸੀਂ ਜੋ ਦਿਖਦੇ ਹਾਂ ਉਹ ਸਾਡੀ ਸੋਚ ਹੀ ਦਿਖਦੀ ਪਈ ਹੈ, ਹੋਰ ਕੁਝ ਨਹੀਂ ਦਿਖਦਾ ਪਿਆ ਸਾਡੇ ਸਿਰ ਤੋਂ ਪੈਰ ਤੱਕ। ਨਾ, ਸੋਚ ਨੂੰ ਅੱਗੇ ਵਧਾਈਏ। ਸੋਚ ਜੰਗਾਂ ਵੀ ਲੜਾ ਦਿੰਦੀ ਹੈ, ਸੋਚ ਬਿਜ਼ਨਸ ਵੀ ਕਰਵਾ ਦਿੰਦੀ ਹੈ। ਇਹ ਸੋਚ ਹੀ ਹੈ। ਯੂਕਰੇਨ ਤੇ USSR ਆਪਾਂ ਜਿਹਨੂੰ ਆਪਾਂ ਕਹਿੰਦੇ ਹਾਂ, ਅੱਜ ਕੱਲ੍ਹ ਰਸ਼ੀਆ ਕਹਿੰਦੇ, ਉਹ ਵੀ ਟੁੱਟ ਗਿਆ, ਹੁਣ ਰਸ਼ੀਆ ਬਣ ਗਿਆ। ਚਲੋ ਠੀਕ ਹੈ, ਪੁਤਿਨ ਉਹਦੇ ਹੈਡ ਨੇ। ਹੁਣ ਉਹ ਕਿਉਂ ਟੁੱਟਿਆ ਰਸ਼ੀਆ, ਉਹਦਾ ਪਿਛੋਕੜ ਕੀ ਰਿਹਾ, ਅਮਰੀਕਾ ਦਾ ਉਹਦੇ 'ਚ ਕੀ ਹੱਥ ਰਿਹਾ, ਦੈਟ ਇਜ਼ ਅ ਡਿਫਰੈਂਟ ਸਟੋਰੀ, ਹਿਸਟਰੀ ਆ। ਆਪਾਂ ਪ੍ਰੈਜ਼ੈਂਟ ਦੀ ਗੱਲ ਕਰਦੇ ਹਾਂ ਕਿ ਯੂਕਰੇਨ ਤੇ ਰਸ਼ੀਆ ਦਾ ਯੁੱਧ, ਤੇ ਜੋ ਬਾਈਡਨ ਕਹਿ ਰਹੇ ਨੇ ਕਿ ਫਿਲਹਾਲ ਤੇ ਆਪਾਂ ਇਲੈਕਸ਼ਨਸ ਦੇ ਵਿੱਚ ਬਿਜ਼ੀ ਹਾਂ, ਬਟ ਜੋ ਸਪੋਰਟ ਚਾਹੀਦੀ ਹੈ ਯੂਕਰੇਨ ਨੂੰ ਉਹ ਦਿੱਤੀ ਜਾਣੀ ਚਾਹੀਦੀ ਹੈ, ਔਰ ਉਹ ਸਪੋਰਟ ਮਿਲਦੀ ਪਈ ਹੈ। ਨਾਟੋ ਕੰਟਰੀਜ਼ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਚੱਲਦੇ ਪਏ ਨੇ ਕਿ ਅਸੀਂ ਕਿਤੇ ਇੱਦਾਂ ਇਨਵੋਲਵ ਨਾ ਹੋ ਜਾਈਏ ਕਿ ਇਹ ਵਾਰ, ਇਹ ਸਾਡੀ ਵਾਰ ਲੱਗਣ ਲੱਗ ਪਵੇ ਕਿ ਨਾਟੋ ਕੰਟਰੀਜ਼ ਲੜਦੇ ਪਏ ਨੇ, ਇਹ ਯੂਕਰੇਨ ਨਹੀਂ ਲੜਦਾ ਪਿਆ। ਉਹ ਇਸ ਗੱਲ ਤੋਂ ਬਚਦੇ ਪਏ ਨੇ। ਕਈ ਵਾਰ ਇੱਦਾਂ ਦੇ ਵੈਪਨਸ ਨਹੀਂ ਦਿੱਤੇ ਜਾਂਦੇ ਜਿਹਦੀ ਡਿਮਾਂਡ ਜ਼ੈਲੈਂਸਕੀ ਕਰਦੇ ਨੇ। ਲੌਂਗ ਰੇਂਜ ਵੈਪਨਸ ਦੇ ਇਸਤੇਮਾਲ ਦਾ ਇਜਾਜ਼ਤ ਨਹੀਂ ਮਿਲਦਾ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ। ਜ਼ੈਲੈਂਸਕੀ ਉਹਦੀ ਡਿਮਾਂਡ ਕਰਦੇ ਨੇ। ਉਹਨਾਂ ਦੀ ਇੱਕ ਵਿਕਟਰੀ ਪਲਾਨ ਹੈ ਜਿਹਦੇ ਬਾਰੇ ਆਪਾਂ ਅਕਸਰ ਗੱਲ ਕਰਦੇ ਪਏ ਹਾਂ। ਹੁਣ ਉਹ ਵਿਕਟਰੀ ਪਲਾਨ ਜਾਂ ਤਾਂ ਉਹਨਾਂ ਨੂੰ ਪਤਾ ਹੈ, ਜਾਂ ਉਹਨਾਂ ਦੇ ਜਿਹੜੇ ਬਹੁਤ ਜ਼ਿਆਦਾ ਸੀਕ੍ਰੇਟ ਵਾਲੇ ਨਾਲ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ, ਜਾਂ ਫਿਰ ਜਿੱਥੇ ਜਿੱਥੇ ਉਹਨਾਂ ਨੇ ਡਿਸਕਸ ਕੀਤੀ ਹੈ ਸਪੋਰਟ ਲੈਣ ਵਾਸਤੇ, ਉਹਨਾਂ ਨੂੰ ਪਤਾ ਹੈ ਵਿਕਟਰੀ ਪਲਾਨ ਕੀ ਹੈ। ਹੋ ਸਕਦਾ ਹੈ ਪੁਤਿਨ ਨੂੰ ਵੀ ਪਤਾ ਲੱਗ ਗਈ ਹੋਵੇ ਵਿਕਟਰੀ ਪਲਾਨ, ਕਿਉਂਕਿ ਜਾਸੂਸੀ ਤੇ ਹਰ ਥਾਂ ਤੇ ਹੈ ਨਾ, ਜਾਸੂਸੀ ਪਹੁੰਚ ਗਈ ਹੋਵੇ, ਹੋ ਸਕਦਾ, ਪੋਸੀਬਿਲਿਟੀ ਹੈ। ਸੋ ਗੱਲ ਇਹ ਹੈ ਕਿ ਲੌਂਗ ਰੇਂਜ ਵੈਪਨਸ ਦੀ ਇਜਾਜ਼ਤ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਦੋਂ ਤੱਕ ਨਹੀਂ ਦਿੰਦਾ, ਉਦੋਂ ਤੱਕ ਜ਼ੈਲੈਂਸਕੀ ਉਹਨਾਂ ਹਥਿਆਰਾਂ ਦਾ ਇਸਤੇਮਾਲ ਨਹੀਂ ਕਰ ਸਕਦੇ, ਭਾਵੇਂ ਨਾਟੋ ਨੇ ਉਹਨਾਂ ਨੂੰ ਦਿੱਤੇ ਹੋਏ ਨੇ, ਉਹਨਾਂ ਦੇ ਕੋਲ ਪਏ ਨੇ, ਪਰ ਇਸਤੇਮਾਲ ਇਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਹੋਏਗਾ। ਔਰ ਨਵੰਬਰ 5 ਤੋਂ ਪਹਿਲਾਂ ਐਕਸਪਰਟਸ ਕਹਿੰਦੇ ਨੇ ਲੱਗਦਾ ਵੀ ਨਹੀਂ ਕਿ ਕੋਈ ਇਹਦੇ ਵਿੱਚ ਖਾਸ ਡਿਵੈਲਪਮੈਂਟ ਹੋਣ ਵਾਲੀ ਹੈ। ਸਪੋਰਟ ਜ਼ਰੂਰ ਉਹਨਾਂ ਨੂੰ ਮਿਲੇਗੀ, ਯੁੱਧ ਇੱਦਾਂ ਚੱਲਦਾ ਰਹਿ ਸਕਦਾ, ਬਟ ਅਲਟੀਮੇਟਲੀ ਕਿੱਥੇ ਪਹੁੰਚਣਾ ਹੈ, ਸੀਜ਼ ਫਾਇਰ ਦੇ ਉੱਤੇ। ਹੋਰ ਤਾਂ ਕੋਈ ਨਤੀਜਾ ਹੁੰਦਾ ਨਹੀਂ ਯੁੱਧ ਦਾ। ਜਨਤਾ ਦੇ ਨਾਲ ਨਾਲ ਫੌਜੀ, ਆਰਮੀ ਥੱਕ ਵੀ ਚੁੱਕੇ ਨੇ ਤੇ ਅੱਕ ਵੀ ਚੁੱਕੇ ਨੇ। ਉਹ ਕਿੰਨੀ ਦੇਰ ਬੰਦਾ 2-2.5 ਸਾਲ ਤੋਂ ਉੱਤੇ ਹੋ ਗਏ, ਸਾਰਾ ਦਿਨ ਉਹੀ ਬੰਬ ਚਲਾਈ ਜਾਓ, ਔਰ ਪਬਲਿਕ ਵੀ ਉੱਦਾਂ ਹੀ ਜਿਉਣ ਦੀ ਆਦੀ ਹੋ ਗਈ। ਔਰ ਇਕਨੋਮੀ ਦਾ ਕੀ ਹਾਲ ਹੋਇਆ ਪਿਆ, ਸੁਪਨਿਆਂ ਦਾ ਕੀ ਹਾਲ ਹੈ, ਜੀਵਨ ਦਾ ਕੀ ਹਾਲ ਹੈ, ਕੁਦਰਤੀ ਇਨਵਾਇਰਮੈਂਟ ਦਾ ਕੀ ਹਾਲ ਹੈ। ਬਾਰੂਦ ਸਾਰਾ ਦਿਨ, ਗੰਦਾ ਹਵਾ, ਉਹਦੇ 'ਚ ਹੀ ਸਾਹ ਲੈਣਾ,
ਪਾਣੀ ਗੰਦਾ ਬੰਬਾਂ ਦੇ ਨਾਲ, ਥਾਂ ਥਾਂ ਦੇ ਉੱਤੇ ਕਚਰਾ ਪਿਆ ਹੋਇਆ ਹੈ, ਕਿਹੜਾ ਕੂੜਾ ਪਿਆ ਹੋਇਆ ਹੈ, ਹਥਿਆਰਾਂ ਦਾ, ਗੋਲੀਆਂ ਦੇ ਖੋਲ। ਮਤਲਬ ਕਥਾ ਇਹ ਵੀ ਨਹੀਂ ਪਤਾ ਕਿਤੇ ਮਾਈਨ ਵਿਛੀਆਂ ਹੋਈਆਂ, ਕਿਤੇ ਤੁਹਾਡਾ ਪੈਰ ਆ ਜਾਵੇ ਉੱਤੇ ਮਾਈਨ ਹੀ ਫਟ ਜਾਏ, ਆਮ ਲੋਕ ਮਾਰੇ ਜਾਣ। ਸੈਕਿੰਡ ਵਰਲਡ ਵਾਰ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ, ਸੈਕਿੰਡ ਵਰਲਡ ਵਾਰ ਤੋਂ ਬਾਅਦ ਇਹ ਹਾਦਸੇ ਹੁਣ ਤੱਕ ਵੀ ਹੋ ਜਾਂਦੇ ਨੇ ਕਈ ਵਾਰ। ਸੋ ਇਹ ਨੈਚੁਰਲ ਇਨਵਾਇਰਨਮੈਂਟ ਦਾ ਹਾਲ ਹੈ ਉੱਥੇ। ਤੇ ਇੱਧਰ ਗਾਜ਼ਾ ਵੱਲ ਆਈਏ, ਇੱਧਰ ਆਪਾਂ ਇਜ਼ਰਾਈਲ ਦੀ ਗੱਲ ਕਰੀਏ ਜਾਂ ਲੈਬਨਾਨ ਦੀ ਗੱਲ ਕਰੀਏ, ਇੱਥੇ ਵੀ ਮਾੜੀ ਸਥਿਤੀ ਹੈ, ਗੰਦਗੀ ਹਰ ਪਾਸੇ। ਪਤਾ ਨਹੀਂ ਕਿੰਨਾ ਕੁ ਸਮਾਂ ਲੱਗੂ ਇਸ ਗੰਦਗੀ ਨੂੰ ਠੀਕ ਕਰਨ ਲਈ, ਸਮੇਟਣ ਲਈ। ਟੂ ਮੱਚ। ਯੂਨਾਈਟਿਡ ਨੇਸ਼ਨਸ ਆਪਣੇ ਬਾਰੇ ਕਹਿ ਰਹੇ ਨੇ ਕਿ ਇਹ ਅਸੀਂ ਸ਼ਾਂਤੀ ਵਾਸਤੇ ਜਿਹਨਾਂ ਨੂੰ ਭੇਜਦੇ ਹਾਂ, ਇਹ ਉਹਨਾਂ 'ਤੇ ਅਟੈਕ ਮਾਰਦੇ ਨੇ, ਇਹ ਸ਼ਾਂਤੀ ਕਿੱਦਾਂ ਕਾਇਮ ਕਰਨਗੇ। ਇਜ਼ਰਾਈਲ ਕਹਿ ਰਿਹਾ ਮੈਂ ਇਨਸਾਨੀਅਤ ਦਾ ਯੁੱਧ ਲੜ ਰਿਹਾ, ਔਰ ਅੰਦਰ ਖਾਤੇ ਇਹ ਵੀ ਜਾਸੂਸੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਾਸੂਸੀ ਇਹ ਵੀ ਪਹੁੰਚਦੀ ਪਈ ਹੈ ਕਿ ਈਰਾਨ ਦੇ ਉੱਤੇ ਅਟੈਕ ਕਰਨ ਦੀ ਤਿਆਰੀ ਹੋ ਰਹੀ ਹੈ ਇਜ਼ਰਾਈਲ ਵੱਲੋਂ। ਪਰ ਅਮਰੀਕਾ ਨੂੰ ਇਹ ਕਹਿ ਰਿਹਾ ਕਿ ਮੈਂ ਨਿਊਕਲੀਅਰ ਹਥਿਆਰਾਂ ਦਾ ਇਸਤੇਮਾਲ ਨਹੀਂ ਕਰਾਂਗਾ, ਆਇਲ ਰਿਜ਼ਰਵਸ ਦੇ ਉੱਤੇ ਹਥਿਆਰ ਨਹੀਂ ਮਾਰਾਂਗਾ, ਬੰਬ ਨਹੀਂ ਮਾਰਾਂਗਾ। ਪਰ ਲੜਾਈ ਹੋਣੀ ਹੈ। ਜੇ ਇਦਾਂ ਦੀ ਸੋਚ ਹੈ ਤੁਹਾਡੀ, ਗੱਲ ਤਾਂ ਸੋਚਦੇ ਆ। ਹੁਣ ਜੇ ਹਥਿਆਰ ਚੱਲੇ ਤਾਂ ਹੁਣ ਪਤਾ ਥੋੜ੍ਹਾ ਕਿਹੜਾ ਟਾਰਗੇਟ ਕਿੱਧਰ ਨਿਕਲ ਜਾਏ। ਮਿਸ ਵੀ ਤਾਂ ਹੋ ਜਾਂਦਾ ਨਾ ਟਾਰਗੇਟ, ਜੋ ਕਿਤੇ ਮਾਲਿਕ ਨਾ ਕਰੇ, ਰੱਬ ਨਾ ਕਰੇ, ਉੱਧਰ ਤੁਰ ਪਿਆ ਜਿੱਧਰ ਆਇਲ ਦੇ ਟੈਂਕਰਸ ਨੇ, ਆਇਲ ਦਾ ਰਿਜ਼ਰਵ ਹੈ, ਜਾਂ ਨਿਊਕਲੀਅਰ ਰਿਐਕਟਰਸ ਨੇ, ਨਿਊਕਲੀਅਰ ਦਾ ਸਾਰਾ ਸਿਸਟਮ ਪਿਆ, ਤਾਂ ਫਿਰ ਕੈਨ ਬੀ ਡੇਂਜਰਸ। ਪੁਤਿਨ ਵੀ ਕਹਿ ਰਹੇ ਨੇ ਹੋ ਸਕਦਾ ਹੈ ਨਿਊਕਲੀਅਰ ਵੈਪਨਸ ਦੇ ਇਸਤੇਮਾਲ ਹੋਣ। ਜੇ ਅਗਲਾ ਕਰੂਗਾ ਤਾਂ ਮੈਂ ਚੁੱਪ ਥੋੜ੍ਹਾ ਬੈਠੂਗਾ। ਸੋ ਇਹ ਸੋਚ ਦੇ ਉੱਤੇ ਸਾਰੀਆਂ ਗੱਲਾਂ ਹੁੰਦੀਆਂ ਨੇ। ਤਾਂ ਹਜੇ ਲੜਾਈ ਰੁਕੀ ਨਹੀਂ ਜੀ, ਉਹ ਉਹਨਾਂ ਦੇ ਲੀਡਰ ਮਾਰੇ ਜਾ ਰਹੇ ਨੇ, ਇਹ ਉਹਨਾਂ ਦੇ ਉੱਤੇ ਹਮਲੇ ਕਰੀ ਜਾ ਰਹੇ ਨੇ। ਹੁਣ ਜਿਨ੍ਹਾਂ ਦੇ ਲੀਡਰ ਮਾਰੇ ਗਏ, ਹਜ਼ਬੁੱਲਾ ਦੇ, ਹਮਾਸ ਦੇ, ਉਹ ਕਹਿੰਦੇ ਇੱਕ ਪਾਸੇ ਤੁਸੀਂ ਸਾਡੇ ਬੰਦੇ ਮਾਰਦੇ ਹੋ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਸ਼ਾਂਤੀ ਰੱਖੋ। ਕਿੱਦਾਂ ਪੋਸੀਬਲ ਹੈ ਦੋ ਚੀਜ਼ਾਂ? ਤੁਸੀਂ ਸਾਡੇ ਬੰਦੇ ਕਿਉਂ ਮਾਰਦੇ ਹੋ? ਇੱਕ ਪਾਸੇ ਤੁਸੀਂ ਕਹਿੰਦੇ ਹੋ ਸਾਡੇ ਬੰਦੇ ਮਾਰੇ ਤਾਂ ਇਹ ਬਹੁਤ ਵਧੀਆ ਹੋ ਗਿਆ, ਇਨਸਾਨੀਅਤ ਦਾ ਭਲਾ ਹੋ ਗਿਆ, ਕਿਉਂਕਿ ਅਸੀਂ ਉਗਰਵਾਦੀ ਹੈਗੇ ਹਾਂ, ਉਗਰਵਾਦੀਆਂ ਦਾ ਮਰਨਾ ਪੂਰੀ ਦੁਨੀਆ ਵਾਸਤੇ ਭਲੇ ਦਾ ਕੰਮ ਹੁੰਦਾ। ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ, ਤੇ ਦੂਜੇ ਪਾਸੇ ਸਾਨੂੰ ਕਹਿੰਦੇ ਹੋ ਸ਼ਾਂਤੀ ਕਰ ਲਓ। ਔਰ ਕਮਲਾ ਹੈਰਿਸ ਜਦੋਂ ਫਿਲਿਸਤੀਨੀਆਂ ਵਾਸਤੇ ਸਿੰਪਥੀ ਦਿੰਦੇ ਨੇ ਕਿ ਇੰਨੇ ਲੋਕ ਮਾਰੇ ਗਏ, 40,000 ਤੋਂ ਉੱਤੇ ਚਲਾ ਗਿਆ, ਤਾਂ ਉਹਦਾ ਮਤਲਬ ਨਾਲ ਇਹ ਵੀ ਆਉਂਦਾ ਕਿ ਇਹ ਨਾ ਲੈ ਲਈਓ ਕਿ ਅਸੀਂ ਜੋ ਇਜ਼ਰਾਈਲ ਨੂੰ ਸਪੋਰਟ ਕਰਦੇ ਪਏ ਉਹ ਬੰਦ ਹੋ ਜਾਏਗੀ। ਨੋ, ਦੈਟ ਇਜ਼ ਅ ਡਿਫਰੈਂਟ ਸਟੋਰੀ। ਇਹ ਤਾਂ ਇਨਸਾਨੀਅਤ ਦੇ ਨਾਤੇ ਅਸੀਂ ਦੁੱਖ ਪ੍ਰਗਟ ਕਰਦੇ ਪਏ ਹਾਂ। ਟਰੂ ਹੈ। ਫੋਰਨ ਪਾਲਿਸੀ ਕੀ ਕਹਿੰਦੀ ਉਹ ਵੱਖਰੀ ਚੀਜ਼ ਹੈ। ਇੰਟਰਨੈਸ਼ਨਲ ਡੋਮੀਨੇਸ਼ਨ ਵਾਸਤੇ, ਇੰਟਰਨੈਸ਼ਨਲੀ ਆਪਣੇ ਆਪ ਨੂੰ ਆਪਣਾ ਰੁਤਬਾ ਕਾਇਮ ਰੱਖਣ ਵਾਸਤੇ, ਮਤਲਬ ਆਪਣੇ ਆਪ ਨੂੰ ਚੌਧਰੀ ਬਣਾਉਣ ਵਾਸਤੇ ਪੂਰੀ ਦੁਨੀਆ ਦੇ ਵਿੱਚ ਉਹ ਜਿਹੜੇ ਕੰਮ ਕਰਦੇ ਨੇ ਉਹ ਤਾਂ ਚੱਲਦੇ ਹੀ ਪਏ ਨੇ। ਤੇ ਨਾਲ ਇਨਸਾਨੀਅਤ ਦੇ ਨਾਤੇ ਅਸੀਂ ਸਿੰਪਥੀ ਵੀ ਰੱਖਦੇ ਹਾਂ, ਉਹ ਵੀ ਚੀਜ਼ ਨਾਲ ਚੱਲਦੀ ਪਈ ਹੈ, ਉਹ ਚੱਲੇਗੀ। ਕਿਉਂਕਿ ਜਦੋਂ ਤੱਕ ਤੁਸੀਂ ਵਰਡ ਨੂੰ ਡੋਮੀਨੇਟ ਨਹੀਂ ਕਰੋਗੇ, ਤੁਸੀਂ ਆਪਣੇ ਮੁਤਾਬਿਕ ਕਿਵੇਂ ਚਲਾ ਸਕਦੇ ਹੋ ਸਭ ਨੂੰ? ਔਰ ਕਈ ਥਾਂ ਦੇ ਉੱਤੇ ਇਹ ਕਰਨਾ ਜ਼ਰੂਰੀ ਹੋ ਜਾਂਦਾ, ਨਹੀਂ ਤੇ ਬਾਕੀ ਹੱਥੋਂ ਨਿਕਲ ਜਾਏਗੀ ਸਾਰੀ ਗੇਮ। ਕੋਈ ਬੰਦਾ ਕੁਝ ਵੀ ਕਰੇਗਾ, ਕਿਤੇ ਨਾ ਕਿਤੇ ਕੋਈ ਨਾ ਕੋਈ ਡੰਡੇ ਦਾ ਡਰ ਤੇ ਹੋਣਾ ਚਾਹੀਦਾ। ਮਤਲਬ ਗੱਲ ਇਹ ਆ ਕਿ ਜਿਹੜੇ ਸਾਰੇ ਵਰਲਡ ਦੇ ਇੰਸਟੀਚਿਊਟਸ ਬਣੇ ਹੋਏ ਨੇ, ਚਾਹੇ UNO ਹੈ, ਚਾਹੇ ਵਰਲਡ ਬੈਂਕ ਹੈ, ਇੰਟਰਨੈਸ਼ਨਲ ਮੋਨਿਟਰੀ ਫੰਡ ਹੈ, ਵਰਲਡ ਇਕਨੋਮਿਕ ਫੋਰਮ ਹੈ ਨਾ, ਨਾਟੋ ਹੈ, WTO ਹੈ, ਸਭ ਨੂੰ ਤੁਸੀਂ ਦੇਖ ਲਓ, ਉਹਨੂੰ ਇੱਕ ਓਵਰਹੌਲਿੰਗ ਦੀ ਜ਼ਰੂਰਤ ਹੈ, ਨਵਾਂ ਕਰਨ ਦੀ ਜ਼ਰੂਰਤ ਹੈ, ਉਸ ਸਿਸਟਮ ਨੂੰ ਬਦਲਣ ਦੀ ਜ਼ਰੂਰਤ ਹੈ। ਔਰ ਇਹੀ ਗੱਲਾਂ ਉਹ ਕਰਦੇ ਨੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਵਿੱਚ। ਇਹ ਪੁਰਾਣੇ ਸਮੇਂ ਤੋਂ ਸਭ ਕੁਝ ਚੱਲਦਾ ਆ ਰਿਹਾ, ਇਹਨੂੰ ਚੇਂਜ ਕਰ ਦਿਓ, ਸੋਚ ਦੇ ਮੁਤਾਬਿਕ ਚੇਂਜ ਕਰੋ ਤਾਂ ਉਹ ਵਧੀਆ ਰਹੇਗਾ। ਔਰ ਉਹਦੇ ਨਾਲ ਦੁਨੀਆ ਦਾ ਭਲਾ ਹੋਏਗਾ, ਜੰਗਾਂ ਵੀ ਰੁਕ ਸਕਦੀਆਂ ਨੇ। ਇਹ ਪੁਰਾਣੀਆਂ ਸਾਰੀਆਂ ਥਿਊਰੀਜ਼ ਨੂੰ ਲੈ ਕੇ ਜਿਹੜੇ ਦੇਸ਼ ਜਿਹਦਾ ਬਣਦੇ ਨੇ ਉਹਨਾਂ ਨੂੰ ਬਣਾਓ ਤੇ ਗੱਲ ਖਤਮ ਕਰੋ, ਟੇਬਲ ਤੇ ਬੈਠ ਕੇ ਗੱਲ ਕਰੋ। ਜਿਹੜੇ ਫਾਲਟ ਨੇ ਨਾ ਸਿਸਟਮ ਦੇ, ਉਹਨੂੰ ਦੂਰ ਕਰੋ, ਤਾਂ ਇਹ ਦੁਨੀਆ ਦਾ ਭਲਾ ਹੋ ਸਕਦਾ। ਲਾਈਕਵਾਈਜ਼ ਕਮਲਾ ਹੈਰਿਸ ਵੀ ਕਹਿੰਦੇ ਨੇ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਹੈ, ਉਹਦੇ ਵਿੱਚ ਵੀ ਜਿਹੜੇ ਸਿਸਟਮ ਦੇ ਵਿੱਚ ਫਾਲਟਸ ਨੇ ਉਹਨਾਂ ਨੂੰ ਦੂਰ ਕਰੋ, ਤਾਂ ਕਿ ਇਸ ਇਸ਼ੂ ਨੂੰ ਸੋਲਵ ਕੀਤਾ ਜਾ ਸਕੇ, ਪ੍ਰੋਬਲਮ ਨੂੰ ਫਿਕਸ ਕੀਤਾ ਜਾ ਸਕੇ। ਪ੍ਰੋਬਲਮ ਨੂੰ ਲੈ ਕੇ ਤੁਰਨਾ ਇਜ਼ ਨਾਟ ਅ ਗੁੱਡ ਥਿੰਗ, ਪ੍ਰੋਬਲਮ ਹੱਲ ਹੋਣੀ ਚਾਹੀਦੀ। ਸੋ ਇਸ ਵਕਤ ਇਹ ਸਾਰਾ ਮਾਹੌਲ ਬਣਿਆ ਹੋਇਆ, ਐਬੋਰਸ਼ਨ ਦਾ ਇਸ਼ੂ, ਇਮੀਗ੍ਰੇਸ਼ਨ ਦਾ ਇਸ਼ੂ, ਹੁਣ ਕਮਲਾ ਹੈਰਿਸ ਫਿਟਨੈਸ ਦਾ ਇਸ਼ੂ ਵੀ ਲੈ ਕੇ ਆ ਗਏ ਨੇ ਡੋਨਲਡ ਟਰੰਪ ਦੀ। ਔਰ ਡੋਨਲਡ ਟਰੰਪ ਦੇ ਜੋ ਵਿਚਾਰ ਨੇ ਐਬੋਰਸ਼ਨ ਬਾਰੇ ਉਹਨਾਂ ਦੀ ਪਾਰਟੀ ਦੇ, ਉਹਦੇ ਉੱਤੇ ਵੀ ਗੱਲ ਹੋ ਰਹੀ ਹੈ। ਔਰ ਇੱਕ ਨਵਾਂ ਰੂਪ ਦਿੱਤਾ ਜਾ ਰਿਹਾ ਇਸ ਇਸ਼ੂ ਨੂੰ, ਜੋ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਐਬੋਰਸ਼ਨ ਦੇ ਇਸ਼ੂ ਦੇ ਉੱਤੇ। ਸੋ ਇਹ ਤਮਾਮ ਗੱਲਾਂ ਨੇ। ਔਰ ਡੈਮੋਕ੍ਰੇਸੀ ਦਾ ਇਸ਼ੂ ਤਾਂ ਸਿਰ ਕੱਢ ਹੈ ਨਾ ਪੂਰੀ ਦੁਨੀਆ ਦੇ ਵਿੱਚ। ਔਰ ਕਿਹਾ ਜਾਂਦਾ ਕਿ ਸਾਰੀ ਦੁਨੀਆ ਦੇ ਵਿੱਚ, ਸਾਰੇ ਮੁਲਕਾਂ ਦੇ ਵਿੱਚ 100% ਡੈਮੋਕ੍ਰੇਸੀ ਕਿਤੇ ਵੀ ਨਹੀਂ ਹੈਗੀ, ਕਿਤੇ ਨਾ ਕਿਤੇ ਡਿਕਟੇਟਰਸ਼ਿਪ ਵਿੱਚ ਆ ਰਹੀ ਹੈ, ਡੈਮੋਕ੍ਰੇਸੀ ਪਿਓਰ ਨਹੀਂ ਹੈਗੀ, ਇਹ ਵੀ ਗੱਲ ਹੋ ਰਹੀ ਹੈ। ਸੋ ਅਮਰੀਕਾ ਨੂੰ ਇਹਦਾ ਆਨਸਰ ਤਾਂ ਕਰਕੇ ਦੇਣਾ ਪੈਣਾ ਕਿਉਂਕਿ ਮਾਡਰਨ ਟਾਈਮ ਦੇ ਵਿੱਚ ਡੈਮੋਕ੍ਰੇਸੀ ਦੀ ਸ਼ੁਰੂਆਤ
ਅਮਰੀਕਾ ਤੋਂ ਮੰਨੀ ਜਾਂਦੀ ਆ, ਜਿਸ ਨੂੰ ਆਪਾਂ ਬਾਰ-ਬਾਰ ਕਹਿੰਦੇ ਆ ਫॉर द ਪੀਪਲ, ਆਫ द ਪੀਪਲ, ਬਾय द ਪੀਪਲ। ਲੋਕਾਂ ਦੀ ਸਰਕਾਰ, ਲੋਕਾਂ ਵਾਸਤੇ, ਲੋਕਾਂ ਦੇ ਲਈ ਸਾਰੇ ਕੰਮ ਕਰਦੀ ਹੈ। ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ, ਕਿਉਂਕਿ ਸੋਚ ਦੀ ਸਾਰੀ ਗੱਲ ਹੈ ਜਿਸ ਦਾ ਆਪਾਂ ਗੱਲ ਕੀਤੀ। ਤੁਸੀਂ ਕੀ ਸੋਚ ਰੱਖਦੇ ਹੋ? ਆਪਣੀ ਸੋਚ, ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰੋ, ਇਨਬਾਕਸ ਕਰੋ ਸਾਨੂੰ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ। ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।